ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ ਕਿਰਪਾ ਕਰਨੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਦੀ ਵਾਰ ਦੀ ਇਸ ਬਾਣੀ ਦੇ ਦਰਸ਼ਨ ਅਸੀਂ ਕੁਝ ਚਿਰ ਤੋਂ ਕਰ ਰਹੇ ਹਾਂ। ਅੱਜ ਅਸੀਂ 11ਵੀਂ ਪੌੜੀ ਵਿਚਾਰਨੀ ਹੈ ਮਹਾਰਾਜ ਦੇ ਹਜ਼ੂਰ ਦੇ ਵਿਚਾਰਾਂ ਦੀ, ਸ਼ਬਦ ਦੇ ਵਿਚਾਰਾਂ ਦੀ, ਗੁਰੂ ਨੂੰ ਜਾਣਨ ਦੀ ਇੱਕ ਵਿਧੀ ਹੈ। ਸ਼ਬਦ ਨੂੰ ਵਿਚਾਰਨਾ ਗੁਰੂ ਨੂੰ ਜਾਣਨਾ ਹੈ। ਗੁਰੂ ਦੇ ਦਰਸ਼ਨ ਹਨ। ਸ਼ਬਦ ਨੂੰ ਵਿਚਾਰ ਕੇ ਮਨ ਵਿੱਚ ਬਿਠਾਣਾ, ਗੁਰੂ ਨੂੰ ਮਨ ਵਿੱਚ ਬਿਠਾ ਲੈਣਾ ਹੈ, ਇਨਵਾਈਟ ਕਰਨਾ ਹੈ। ਗੁਰੂ ਔਰ ਸਿੱਖ ਦਾ ਮਿਲਣ ਮਨ ਵਿੱਚ ਹੀ ਹੁੰਦਾ ਹੈ। ਗੁਰੂ ਸਰੀਰ ਵਿੱਚ ਹੋ ਸਕਦਾ ਹੈ, ਪਰ ਸਰੀਰ ਵਿੱਚ ਵੀ ਮਿਲ ਕੇ ਜਦ ਤੱਕ ਮਨ ਵਿੱਚ ਨਹੀਂ ਮਿਲੇਗਾ ਤਾਂ ਸਿੱਖ ਔਰ ਗੁਰੂ ਦਾ ਮਿਲਣ ਨਹੀਂ ਹੋ ਸਕਦਾ। ਆਸਾ ਦੀ ਵਾਰ ਦੀ ਇਸ ਬਾਣੀ ਦੇ ਆਰੰਭ ਵਿੱਚ ਸਾਹਿਬ ਨੇ ਸਾਨੂੰ ਇੱਕ ਆਦੇਸ਼ ਕੀਤਾ ਹੈ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੂਟੇ ਤਿਲ ਬੁਆਰ ਜਿਉਂ ਸੁੰਝੇ ਅੰਦਰ ਖੇਤ। ਦਰਅਸਲ ਅਗਰ ਦੇਖਿਆ ਜਾਏ ਤਾਂ ਅੱਜ ਦੇ ਸਾਡੇ ਜੀਵਨ ਦਾ ਇਹੀ ਦ੍ਰਿਸ਼ਟਾਂਤ ਹੈ, ਇਹੀ ਨਜ਼ਰੀਆ ਹੈ। ਹੰਕਾਰੀ ਹੋਏ ਮਨ ਵਿੱਚ ਅਸੀਂ ਸਾਰੇ ਗਰਸੇ ਹੋਏ ਹਾਂ, ਫਸੇ ਹੋਏ ਹਾਂ, ਬੰਨੇ ਹੋਏ ਹਾਂ। ਔਰ ਉਸ ਮਨ ਦੇ ਵਿੱਚ ਸਾਨੂੰ ਆਪਣੇ ਤੇ ਹੀ ਮਾਣ ਹੈ। ਗੁਰੂ ਦੇ ਦਰਸ਼ਨ ਸਾਡੇ ਵਿੱਚ ਨਹੀਂ ਹਨ। ਨਾ ਗੁਰੂ ਨੂੰ ਅਸੀਂ ਮਿਲਦੇ ਹਾਂ, ਨਾ ਗੁਰੂ ਨੂੰ ਜਾਣ ਪਾਉਂਦੇ ਹਾਂ। ਆਪਣੀ ਹਉਮੈ ਦੀ ਹੀ ਸੇਵਾ ਵਿੱਚ ਅਸੀਂ ਆਜੀਵਨ ਲੱਗੇ ਰਹਿੰਦੇ ਹਾਂ। ਅੱਜ ਦੀ ਇਹ ਪੌੜੀ ਅੱਜ ਦੇ ਹਾਲਾਤ ਜੋ ਸਾਡੇ ਆਲੇ ਦੁਆਲੇ ਹਨ ਔਰ ਜੋ ਮੇਰੇ ਮਨ ਦੇ ਹਾਲਾਤ ਹਨ, ਦੋਨਾਂ ਦਾ ਇੱਕ ਨਜ਼ਰੀਆ ਹੈ, ਪਰਸਪੈਕਟਿਵ ਹੈ। ਅੱਜ ਦੀ ਸੁਸਾਇਟੀ ਵਿੱਚ ਕੀ ਹੋ ਰਿਹਾ ਹੈ, ਅੱਜ ਦਾ ਜੀਵਨ ਕਿਸ ਤਰ੍ਹਾਂ ਚੱਲ ਰਿਹਾ ਹੈ। ਅੱਜ ਦੇ ਜੀਵਨ ਵਿੱਚ ਅਧਿਆਤਮ ਕਿਧਰ ਖਲੋਤਾ ਹੈ ਔਰ ਜੀਵਨ ਕਿਸ ਜਗ੍ਹਾ ਨੂੰ ਚੱਲ ਰਿਹਾ ਹੈ। ਇੱਕ ਇਹੋ ਜਿਹਾ ਗੁਰੂ ਦੀ ਬਾਣੀ ਦੇ ਦਰਸ਼ਨ ਹਨ ਜਿੱਥੋਂ ਸਾਨੂੰ ਆਪਣੇ ਆਪ ਦਾ ਗਿਆਨ ਹੋਏਗਾ। ਅਸੀਂ ਕਿਧਰ ਮੂੰਹ ਕਰਕੇ ਖੜੇ ਹਾਂ, ਸਾਡਾ ਜੀਵਨ ਕਿਸ ਪਾਸੇ ਨੂੰ ਜਾ ਰਿਹਾ ਹੈ। ਇੱਕ ਸਮਝਣ ਦਾ ਤਰੀਕਾ ਹੈ ਜੀਵਨ ਬਾਰੇ। ਐਵੇਂ ਆ ਕੇ ਨਾ ਚਲੇ ਜਾਈਏ, ਵਿੱਚ ਦੁਨੀਆ ਕਾਹੇ ਆਇਆ। ਕੋਈ ਵੀਰ ਭੈਣ ਇਹ 11ਵੀਂ ਪੌੜੀ ਪੜ੍ਹਦੇ, ਫਿਰ ਅਸੀਂ ਇਹਦੇ ਵਿਚਾਰ ਵਿੱਚ ਉਤਰਦੇ ਹਾਂ। ਜੀ ਆਇਆਂ ਨੂੰ, ਧੰਨਵਾਦ। ਵਾਹਿਗੁਰੂ ਜੀ। ਸ਼ਲੋਕ ਮਹਿਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲਕਾਲਖ ਬੇਤਾਲ। ਬਿਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹੇ ਬਾਹਰਾ, ਕੋਰੈ ਰੰਗ ਨ ਸੋਏ। ਪੈ ਵਿੱਚ ਕੁੰਭ ਚੜਾਈਐ, ਸ਼ਰਮ ਪਾਇ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨ ਕੋਏ। ਮਹਿਲਾ ਪਹਿਲਾ। ਲਬ ਪਾਪ ਦੋਇ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਕਾਮ ਨੇਬ ਸਦ ਪੂਛੀਏ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੈਂ, ਰੂਪ ਕਰੇ ਸ਼ਿੰਗਾਰ।
ऊंचे कूकै वादा गावे जोधा का विचार। मूर्ख पंडित हिकमत हुज्जत संजय करें प्यार। धर्मी धर्म करें गवावे मंगै मोख द्वार। जति सदावें जुगत न जानै छड्ड बहें कर बार। सबको पूरा आपे होवे घट न कोई आखै। पत परवाना पिछे पाइए तां नानक ਤੋਲਿਆ ਜਾਪੈ ਮਹਿਲਾ ਪਹਿਲਾ। ਵਧੀ ਸੋ ਵਜਦ ਨਾਨਕਾ ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ। ਜਿਨ ਕੀ ਲੇਖੈ ਪਤ ਪਵੈ ਚੰਗੇ ਸਹੀ ਕੇ ਪੌੜੀ। ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਨ੍ਹਾਂ ਜਨਤਾ ਕੈ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ। ਇਕ ਨਾਨੋ ਤੂੰ ਮੇਲ ਲੈ ਇਕ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ। ਵਾਹਿਗੁਰੂ ਜੀ। ਵਾਹਿਗੁਰੂ ਜੀ। ਮਹਾਰਾਜ ਇਸ ਪੌੜੀ ਦੀ ਅਖੀਰ ਵਿੱਚ ਕਹਿ ਰਹੇ ਹਨ, ਸਹਿਜੇ ਹੀ ਸੱਚ ਸਮਾਇਆ। ਜਿਵੇਂ ਕਿ ਜੀਵਨ ਇੱਕ ਕਲਾਸ ਹੋਏ ਔਰ ਉਹਦੇ 'ਚ ਫੇਲ ਔਰ ਪਾਸ ਦੇ ਦਰਸ਼ਨ ਹੋ ਰਹੇ ਹੋਣ। ਜਿਵੇਂ ਕਿ ਅਸੀਂ ਜੀਵਨ ਜੀਆ, ਠੀਕ ਤਰ੍ਹਾਂ ਜੀਆ ਕਿ ਨਹੀਂ ਜੀਆ, ਉਹਦੀ ਕੀ ਕਸੌਟੀ ਹੈ, ਕੀ ਟੈਸਟ ਹੈ ਮਹਾਰਾਜ। ਕਿਵੇਂ ਪਤਾ ਲੱਗੇਗਾ ਮੈਂ ਜੀਵਨ ਵਿੱਚ ਸਕਸੈਸਫੁਲ ਹਾਂ। ਇੱਕ ਤਰੀਕਾ ਤੇ ਉਹ ਹੈ ਜਿਸ ਤਰ੍ਹਾਂ ਅਸੀਂ ਸਾਰੇ ਕਰਦੇ ਹਾਂ। ਜ਼ਿਆਦਾ ਮਾਇਆ ਹੈ, ਪੈਸਾ ਹੈ, ਸ਼ੋਹਰਤ ਹੈ, ਨਾਮ ਹੈ, ਸੋਸਾਇਟੀ ਵਿੱਚ ਨਾਮ ਹੈ, ਉਸੀ ਨੂੰ ਅਸੀਂ ਸਕਸੈਸਫੁਲ ਸਟੋਰੀ ਜਾਣਦੇ ਹਾਂ। ਪਰ ਕੀ ਗੁਰੂ ਵੀ ਇਸ ਪਰਸਪੈਕਟਿਵ ਨੂੰ ਸ਼ੇਅਰ ਕਰਦਾ ਹੈ? ਕਿ ਗੁਰੂ ਵੀ ਕਹਿੰਦਾ ਹੈ ਕਿ ਹਾਂ, ਇਹੀ ਲੋਕ ਹਨ ਜਿਹੜੇ ਚੁਣੇ ਹਨ। ਗੁਰੂ ਨੇ ਇੱਕ ਮਨ ਦੀ ਅਵਸਥਾ ਦੀ ਗੱਲ ਕੀਤੀ ਹੈ, ਸਹਿਜੇ ਹੀ ਸੱਚ ਸਮਾਇਆ। ਸਹਿਜ ਇੱਕ ਮਨ ਦੀ ਅਵਸਥਾ ਹੈ ਔਰ ਜਿਸ ਨੇ ਉਸ ਅਵਸਥਾ ਨੂੰ ਜਾਣ ਲਿਆ ਹੈ ਉਹ ਸੱਚ ਵਿੱਚ ਸਮਾ ਗਿਆ ਹੈ। ਗੱਲ ਤਾਂ ਸਾਰੀ ਮਨ ਦੀ ਹੈ। ਗੁਰੂ ਕਹਿ ਰਹੇ ਹਨ ਕਿ ਰਸਤੇ ਵਿੱਚ ਕਿਤਨਾ ਸਮਾਨ ਲੈ ਕੇ ਟੁਰ ਰਿਹਾ ਹੈ, ਇਹਦੇ ਨਾਲ ਕੀ ਫਰਕ ਪੈਂਦਾ ਹੈ। ਜੇ ਰਾਹ ਹੀ ਭੁੱਲ ਗਿਆ ਤਾਂ ਕੀ ਕਰਾਂਗੇ ਸਮਾਨ ਦਾ। ਤੇਜ਼ ਗੱਡੀ ਹੋਏ ਪਰ ਗਲਤ ਜਗ੍ਹਾ ਜਾ ਰਹੀ ਹੋਏ ਤਾਂ ਤੇਜ਼ੀ ਨਾਲ ਗਲਤ ਪਾਸੇ ਨੂੰ ਹੀ ਜਾਵਾਂਗੇ। ਜੀਵਨ ਦੀ ਉਹ ਕਿਹੜੀ ਡਾਇਰੈਕਸ਼ਨ ਹੈ ਜਿਹਦੇ ਨਾਲ ਅਸੀਂ ਜੀਵਨ ਨੂੰ ਜਾਣ ਸਕਦੇ ਹਾਂ। ਔਰ ਜਾਣ ਲੈਣਾ ਆਜ਼ਾਦ ਹੋਣ ਦੀ ਨਿਸ਼ਾਨੀ ਹੈ। ਜਿਸ ਨੇ ਜਾਣ ਲਿਆ ਉਹ ਆਜ਼ਾਦ ਹੋ ਗਿਆ। ਉਸਨੇ ਆਧਾਰ ਬਦਲ ਦਿੱਤਾ, ਫਾਊਂਡੇਸ਼ਨ ਲਾਈਫ ਦੀ ਨਵੀਂ ਬਣਾ ਲਈ। ਉਹ ਬਣਾ ਲਈ ਜੋ ਦੁਨੀਆ ਨਹੀਂ ਜਾਣਦੀ। ਦੁਨਿਆਵੀ ਪੱਖ ਦਾ ਜੀਵਨ ਅੱਜ ਸਾਡੀ ਲਾਈਫ ਨੂੰ ਡੋਮੀਨੇਟ ਕਰਦਾ ਹੈ। ਅਸੀਂ ਹਰ ਜਗ੍ਹਾ ਅੱਖਾਂ ਦੇਖੀ ਔਰ ਦੁਨੀਆ ਦੀ ਸੁਣੀ ਹੋਈ ਗੱਲਾਂ 'ਤੇ ਹੀ ਆਧਾਰਿਤ ਜੀਵਨ ਨੂੰ ਜੀਂਦੇ ਹਾਂ। ਪਰ ਕੀ ਅਸੀਂ ਭੁਲੇਖੇ ਵਿੱਚ ਜੀ ਰਹੇ ਹਾਂ ਜਾਂ ਅਸੀਂ ਸੱਤ ਕਮਾ ਰਹੇ ਹਾਂ? ਇਹ ਕੌਣ ਜੱਜ ਕਰੇਗਾ? ਅਸਲ ਤਾਂ ਗੱਲ ਇਹੀ ਹੈ, ਅਸੀਂ ਕਿਤਨੀ ਸ਼ੋਹਰਤ ਕਮਾਈ ਜੀਵਨ ਦੀ ਦੁਨੀਆ ਵਿੱਚ, ਕਿਤਨਾ ਨਾਮ ਹੋਇਆ, ਕੀ ਇਹ ਮੈਟਰ ਕਰਦਾ ਹੈ? ਅਗਰ ਕਰਦਾ ਹੈ ਤਾਂ ਉਹ ਕਿਵੇਂ ਸਾਨੂੰ ਪਤਾ ਲੱਗੇਗਾ? ਨਹੀਂ ਕਰਦਾ ਹੈ ਤਾਂ ਕੀ ਮੈਟਰ ਕਰਦਾ ਹੈ? ਗੁਰੂ ਸਾਹਿਬ ਸਾਨੂੰ ਇੱਕ ਜਰਨੀ 'ਤੇ ਲਿਜਾ ਰਹੇ ਹਨ। ਸਾਨੂੰ ਦੱਸ ਰਹੇ ਹਨ ਕਿ ਅੱਜ ਜੀਵਨ ਦੇ ਕੀ ਹਾਲਾਤ ਹਨ, ਕੀ ਵਰਤ ਰਿਹਾ ਹੈ ਸਾਡੇ ਆਲੇ ਦੁਆਲੇ। ਸਾਨੂੰ ਜੋ ਦਿਖਦਾ ਹੈ ਉਹ ਠੀਕ ਹੈ ਕਿ ਨਹੀਂ ਠੀਕ ਹੈ।
ਗੁਰੂ ਨੂੰ ਜੋ ਦਿਖਦਾ ਹੈ, ਗੁਰੂ ਉਸ ਬਾਰੇ ਸਾਨੂੰ ਦੱਸ ਰਹੇ ਹਨ। ਕੂੜ ਰਾਜਾ, ਕੂੜ ਪਰਜਾ, ਇਹ ਪਿਛਲੀ ਪੌੜੀ ਵਿੱਚ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਜੀਵਨ ਵਿੱਚ ਅਗਰ ਸਿਰਫ ਦੁਨਿਆਵੀ ਅੱਖੋਂ ਦੇਖੇ ਜੀਵਨ 'ਤੇ ਹੀ ਸੀਮਿਤ ਰਹਿ ਜਾਵਾਂਗੇ ਤਾਂ ਇਹ ਦੀਵਾਰ ਬਣ ਕੇ ਸਾਨੂੰ ਜੀਵਨ ਨੂੰ ਪੂਰੀ ਤਰ੍ਹਾਂ ਜਾਣਨ ਦਾ ਵਿਘਨ ਬਣ ਜਾਏਗਾ, ਕੂੜ ਹੋਏਗਾ। ਔਰ ਉਸ ਪੌੜੀ ਦੀ ਅਖੀਰ ਵਿੱਚ ਸਾਹਿਬ ਨੇ ਸਾਨੂੰ ਸਮਝਾਇਆ ਸੀ, ਮਤ ਥੋੜੀ ਸੇਵ ਗਵਾਈਏ। ਸੇਵਾ ਕਰਨੀ ਹੈ ਤਾਂ ਕਿੱਥੇ ਪਹੁੰਚਣਾ ਵੀ ਹੈ। ਗੁਰੂ ਅੱਜ ਕਹਿ ਰਹੇ ਹਨ, ਸਹਿਜ ਦੀ ਅਵਸਥਾ ਹੈ ਜਿਹੜੀ ਮਨ ਵਿੱਚ ਕਮਾਈ ਜਾਏਗੀ, ਜਿਸ ਨਾਲ ਜੀਵਨ ਨੂੰ ਜਾਣ ਲਵਾਂਗੇ। ਜੇ ਸਹਿਜ ਦੀ ਅਵਸਥਾ ਦਾ ਸਾਧਾਰਨ ਅਨੁਵਾਦ ਕਰੀਏ ਤਾਂ ਇਹੀ ਨਿਕਲੇਗਾ, ਜਿੱਥੇ ਸਭ ਕੁਝ ਆਪਣੇ ਆਪ ਹੋ ਰਿਹਾ ਹੈ, ਕੁਝ ਕਰਨਾ ਨਹੀਂ ਪੈ ਰਿਹਾ। ਜੀਵਨ ਦਾ ਜੋ ਤੱਤ ਹੈ, ਜੋ ਅਸਲ ਹੈ, ਉਹ ਕੀ ਹੈ? ਔਰ ਉਹ ਇੱਕ ਸਾਰ ਚੱਲਦਾ ਹੀ ਜਾ ਰਿਹਾ ਹੈ, ਨਾਨਕ ਭਗਤਾ ਸਦਾ ਵਿਗਾਸ। ਇੱਕ ਸਦਾ ਵਿਗਾਸ ਦੀ ਗੱਲ ਗੁਰੂ ਨੇ ਵੀ ਚਲਾਈ ਹੈ। ਸਦਾ ਕਿ ਸਾਨੂੰ ਇਸ ਸਦਾ ਦਾ ਗਿਆਨ ਹੈ। ਸਹਿਜ ਵਿੱਚ ਤਾਂ ਹੀ ਸਮਾ ਸਕਾਂਗੇ ਜਦੋਂ ਵਿਗਾਸ ਦਾ ਗਿਆਨ ਹੋ ਜਾਏਗਾ। ਮਹਾਰਾਜ, ਜੋ ਮਨ ਦੇ ਵਿੱਚ ਮੂਲ ਹੈ, ਜੋ ਮਨ ਦੀ ਫਾਊਂਡੇਸ਼ਨ ਹੈ, ਜੋ ਮਨ ਦਾ ਤੱਤ ਹੈ, ਉਹਦੇ ਬਾਰੇ ਜਾਣ ਲਵਾਂਗੇ। ਜੀਵਨ ਸਮੇਂ ਦੇ ਅੰਦਰ ਹੈ, ਸਥਾਨ ਦੇ ਅੰਦਰ ਹੈ, ਕਾਰਨ ਦੇ ਅੰਦਰ ਹੈ। ਪਰ ਇਸ ਸਭ ਦਾ ਕਾਰਨ ਕੀ ਹੈ? ਇਸ ਸਭ ਨੂੰ ਸ਼ਕਤੀ ਕੌਣ ਦੇ ਰਿਹਾ ਹੈ? ਕੌਣ ਇਸ ਹੁਕਮ ਦਾ ਮਾਲਕ ਹੈ? ਅਗਰ ਕੋਈ ਹੁਕਮ ਹੈ ਤਾਂ ਕੋਈ ਦੇ ਰਿਹਾ ਹੈ ਹੁਕਮ। ਮਹਾਰਾਜ ਕਹਿੰਦੇ ਨੇ ਸਹਿਜ ਵਿੱਚ ਜਾਣਾਂਗੇ ਉਹ। ਔਰ ਸਹਿਜ ਦਾ ਇੱਕ ਹੋਰ ਨਿਸ਼ਾਨੀ ਹੈ, ਹਉਮੈ ਉੱਥੇ ਨਹੀਂ ਹੈ। ਦੁਨੀਆ ਦੇ ਅਗਰ ਕੋਈ ਰੋਗ ਹੈ ਤਾਂ ਗੁਰੂ ਕਹਿੰਦਾ ਹੈ ਹਉਮੈ ਰੋਗ ਹੈ, ਔਰ ਇਸ ਨੂੰ ਤਿਆਗ ਦੇਣਾ, ਰੋਗਾਂ ਤੋਂ ਮੁਕਤ ਹੋ ਜਾਣਾ ਹੈ। ਦਰਅਸਲ ਅਸੀਂ ਸਾਰੇ ਜੀਵਨ ਨੂੰ ਸਰੀਰ ਤੋਂ ਹੀ ਜਾਣਦੇ ਹਾਂ। ਇਸ ਕਰਕੇ ਸਾਡੀ ਸਾਰੀ ਫਾਊਂਡੇਸ਼ਨ ਸਰੀਰ ਹੀ ਹੈ। ਪਰ ਕੀ ਅਸੀਂ ਇਹ ਜਾਣਦੇ ਹਾਂ ਕਿ ਮੈਂ ਸਰੀਰ ਨਹੀਂ ਹਾਂ? ਇਹਦਾ ਗਿਆਨ ਕਿਸ ਤਰ੍ਹਾਂ ਹੋਏਗਾ? ਮੇਰੇ ਸਰੀਰ ਤੋਂ ਪਰੇ ਕੌਣ ਹੈ? ਇਹ ਜਦੋਂ ਸਰੀਰ ਔਰ ਆਤਮਾ ਦਾ ਮਿਲਣ ਹੁੰਦਾ ਹੈ, ਕਿਸ ਦੇ ਹੁਕਮ ਦੇ ਆਧਾਰ 'ਤੇ ਇਹ ਮਿਲਣ ਹੁੰਦਾ ਹੈ? 5 ਤੱਤ ਹਨ, ਉਹਨਾਂ ਵਿੱਚ ਆਪਣਾ ਕੋਈ ਜੀਵਨ ਨਹੀਂ ਹੈ। ਮਿੱਟੀ ਹੈ, ਅੱਗ ਹੈ, ਹਵਾ ਹੈ, ਇਹਨਾਂ ਵਿੱਚ ਕੀ ਜੀਵਨ ਹੈ? ਇਹ ਜੜ ਵਸਤੂਆਂ ਨੇ। ਜੜ ਵਿੱਚ ਜੀਵਨ ਕੌਣ ਪਾਉਂਦਾ ਹੈ? ਕਿਹੜੇ ਹੁਕਮ ਤੋਂ ਇਹ ਸਭ ਕੁਝ ਹੋ ਰਿਹਾ ਹੈ? ਇਹ ਮੇਰੀ ਲੌਜਿਕ ਤੋਂ ਬਿਯੋਂਡ ਹੈ, ਮੇਰੇ ਦੇਖਣ ਤੋਂ ਪਰੇ ਹੈ। ਪਰ ਗੁਰੂ ਨੇ ਇੱਕ ਗੱਲ ਬਾਰ-ਬਾਰ ਬਾਣੀ ਵਿੱਚ ਸਾਨੂੰ ਸਮਝਾਈ ਹੈ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਕੰਪਲੀਟਨੈਸ ਤਾਂ ਮਿਲਦੀ ਹੈ ਜਦੋਂ ਨਾਮ ਨੂੰ ਜਪਦੇ ਹਾਂ। ਗੁਰੂ ਨੇ ਹੁਕਮ ਕੀਤਾ ਹੈ, ਜਪ ਹਰ ਭਵ ਜਲ ਤਰਨਾ। ਸ਼ਬਦ ਨੂੰ ਜਪ ਕੇ, ਪਹਿਲੇ ਵੈਖਰੀ ਬੋਲ ਕੇ ਬਾਣੀ ਵਿੱਚ ਜਪ ਕੇ, ਸ਼ਬਦ ਦੀ ਇੱਕ ਓਸ਼ਨ ਵਿੱਚ ਉਤਰਨ ਦੀ ਗੱਲ ਹੈ, ਜਿੱਥੇ ਫਿਰ ਮੈਂ ਗੁੰਮ ਹੋ ਜਾਂਦਾ ਹੈ। ਜਪ ਮਨ ਸਤਨਾਮ ਸਦਾ ਸਤਨਾਮ। ਔਰ ਉਸ ਨਾਮ ਰੂਪੀ ਅਵਸਥਾ ਵਿੱਚ ਸਹਿਜ ਦੇ ਦਰਸ਼ਨ ਹੁੰਦੇ ਹਨ। ਪਰ ਜੀਵਨ ਤਾਂ ਬਾਹਰ ਨੂੰ ਖਿੱਚਦਾ ਹੀ ਹੈ। ਇਹ ਬਾਹਰ ਦੀ ਖਿੱਚ ਲਗਾਤਾਰ ਚੱਲਦੀ ਰਹਿੰਦੀ ਹੈ। ਜਦ ਤੱਕ ਅਸੀਂ ਜੀਂਦੇ ਹਾਂ, ਸਰੀਰ ਔਰ ਸਰੀਰ ਦੇ ਨਾਲ ਜੁੜੇ ਸਭ ਅੰਗ ਸਾਨੂੰ ਖਿੱਚਦੇ ਹੀ ਰਹਿੰਦੇ ਹਨ ਬਾਹਰ ਨੂੰ। ਗੁਰੂ ਨੇ ਵੀ ਕਿਹਾ ਹੈ ਕਿ ਅੰਦਰ ਨਹੀਂ ਜਾਂਦਾ, ਬਾਹਰ ਜ਼ਹਿਰ ਖਾਂਦਾ ਹੈ, ਬਿਖ ਖਾਂਦਾ ਹੈ, ਅੰਦਰ ਦਾ ਅੰਮ੍ਰਿਤ ਛੱਡ ਦਿੰਦਾ ਹੈ। ਗੁਰੂ ਜਾਣਦਾ ਹੈ ਸਾਡੀ ਮਨ ਦੀ ਅਵਸਥਾ ਕੀ ਹੈ, ਕਿਉਂਕਿ ਕੁਝ ਚੀਜ਼ਾਂ ਨੈਚੁਰਲੀ ਸਾਨੂੰ ਮਿਲ ਰਹੀਆਂ ਹਨ। ਸਰੀਰ ਕਰਕੇ ਸਾਨੂੰ ਜੀਵਨ ਸਮਝ ਆਇਆ ਹੈ, ਇਸ ਕਰਕੇ ਅਸੀਂ ਸਰੀਰ ਨੂੰ ਹੀ ਜੀਵਨ ਜਾਣਦੇ ਹਾਂ। ਸਰੀਰ ਦੇ ਖਤਮ ਹੋਣ 'ਤੇ ਅਸੀਂ ਜੀਵਨ ਨੂੰ ਖਤਮ ਸਮਝਦੇ ਹਾਂ।
ਕਿਉਂਕਿ ਗਿਆਨ ਨਹੀਂ ਹੈ ਸਾਨੂੰ। ਤਾਂ ਇਹ ਗੁਰੂ ਨੇ ਅੱਜ ਦੀ ਪੌੜੀ ਵਿੱਚ ਸਮਝਾਇਆ ਹੈ ਕਿ ਅਸੀਂ ਉਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਵਾਸੀ ਹਾਂ ਜਿਹੜੇ ਅੰਨੇ ਹਾਂ, ਜਿਨ੍ਹਾਂ ਨੂੰ ਦਿਖ ਨਹੀਂ ਰਿਹਾ ਉਹਨਾਂ ਦੇ ਆਲੇ ਦੁਆਲੇ ਕੀ ਵਰਤ ਰਿਹਾ ਹੈ। ਅੰਧੀ ਰਈਅਤ ਗਿਆਨ ਵਿਹੂਨੀ, ਪਾਏ ਪਰੇ ਮੁਰਦਾਰ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਬਹੁਤ ਪਿਆਰਾ ਸ਼ਬਦ ਕਿਹਾ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਗੁਰੂ ਨੂੰ ਆਪਣੀ ਦ੍ਰਿਸ਼ਟੀ ਤੋਂ ਸਭ ਕੁਝ ਜਲਦਾ ਦਿਖਦਾ ਹੈ। ਜਗਤ ਵਿੱਚ ਇੱਕ ਅੱਗ ਹੈ, ਉਸ ਅੱਗ ਦਾ ਸੋਰਸ ਕੀ ਹੈ ਇਹ ਜਾਣਨਾ ਹੈ ਅਸੀਂ, ਕਿਉਂਕਿ ਅਸੀਂ ਆਪਣੇ ਰੋਗਾਂ ਨੂੰ ਜਾਣ ਲਵਾਂਗੇ ਤਾਂ ਸ਼ਾਇਦ ਉਹਨਾਂ ਦਾ ਹੱਲ ਲੱਭਣ ਨਿਕਲ ਪਾਵਾਂਗੇ। ਫਿਰ ਮਨ ਉਦਾਸ ਹੋ ਕੇ, ਬੇਚੈਨ ਹੋ ਕੇ ਦੁਨੀਆ ਨੂੰ ਛੱਡਣ ਦੀ ਗੱਲ ਕਰ ਪੈਂਦਾ ਹੈ। ਕਾਹੇ ਰੇ ਬਨ ਖੋਜਣ ਜਾਈ। ਗੁਰੂ ਤੇਗ ਬਹਾਦਰ ਨੇ ਬਹੁਤ ਪਿਆਰੇ ਸ਼ਬਦ ਵਿੱਚ ਸਮਝਾਇਆ ਹੈ, ਉਪਰਾਮ ਹੋ ਗਿਆ ਜੀਵਨ ਤੋਂ ਤਾਂ ਬਨ ਵਿੱਚ ਕੀ ਲੱਭੇਗਾ। ਸਰਬ ਨਿਵਾਸੀ ਸਦਾ ਅਲੇਪਾ ਤੋਹਿ ਸੰਗ ਸਮਾਈ। ਜੋ ਹਰ ਜਗ੍ਹਾ ਰਹਿੰਦਾ ਹੈ, ਜੋ ਅਲੋਪ ਹੈ, ਦਿਖਦਾ ਨਹੀਂ ਹੈ, ਜੋ ਇਸ ਜੀਵਨ ਦੀ ਕੁੰਜੀ ਹੈ, ਜੋ ਮੇਰੇ ਸਾਰੇ ਦੁੱਖਾਂ ਦਾ ਜਵਾਬ ਹੈ, ਜੋ ਮੇਰੇ ਸਾਰੇ ਰੋਗਾਂ ਦਾ ਹੱਲ ਹੈ, ਉਹ ਤਾਂ ਮੇਰੇ ਸੰਗ ਹੀ ਰਹਿੰਦਾ ਹੈ। ਇਹ ਕਿਹੋ ਜਿਹਾ ਜੀਵਨ ਹੈ ਮਹਾਰਾਜ, ਜੋ ਮੇਰੇ ਸੰਗ ਰਹਿੰਦਾ ਹੈ ਮੈਨੂੰ ਦਿਖਦਾ ਨਹੀਂ, ਔਰ ਜੋ ਮੇਰਾ ਹੈ ਨਹੀਂ ਉਸ ਨੂੰ ਮੈਂ ਆਪਣਾ ਕਰਕੇ ਜਾਣ ਕੇ ਸਾਰਾ ਜੀਵਨ ਜੀਂਦਾ ਹਾਂ। ਕਿਹੋ ਜਿਹੀ ਵਿਡੰਬਣਾ ਹੈ। ਆਓ ਮਹਾਰਾਜ ਦੇ ਇਸ ਸ਼ਬਦ ਨੂੰ ਥੋੜਾ ਜਿਹਾ ਵਿਚਾਰੀਏ। ਸ਼ਲੋਕ ਮਹਿਲਾ ਪਹਿਲਾ। ਸਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਮਹਾਰਾਜ ਕਹਿ ਰਹੇ ਹਨ ਕਿ ਸੱਚ ਦਾ ਕਾਲ ਪੈ ਗਿਆ ਹੈ। ਸੱਚ ਦਿਖਦਾ ਨਹੀਂ ਹੈ ਕਿਧਰ ਹੈ। ਸੱਚ ਤੋਂ ਭਾਵ ਕੀ ਹੈ? ਸੱਚ ਤੋਂ ਭਾਵ ਉਹ ਹੈ ਮਹਾਰਾਜ ਜੋ ਸਦਾ ਲਈ ਹੈ, ਜੋ ਸਦਾ ਥਿਰ ਹੈ, ਜੋ ਆਨੰਦ ਰੂਪ ਰਵਿਓ ਸਭ ਮੱਦੇ ਜਤ ਕਤ ਪੇਖੂ ਜਾਈ। ਜੋ ਆਨੰਦ ਦੇ ਰੂਪ ਵਿੱਚ ਆ ਜੀਵਨ ਆ ਸ੍ਰਿਸ਼ਟੀ ਵਿੱਚ ਬਿਰਾਜਮਾਨ ਹੈ ਮਹਾਰਾਜ, ਉਸ ਨੂੰ ਮਿਲਣ ਦੀ ਤਾਂ ਸਾਰੀ ਗੱਲ ਚੱਲ ਰਹੀ ਹੈ, ਪਰ ਮੈਨੂੰ ਕਿਸੇ ਨੇ ਸਮਝਾਇਆ ਨਹੀਂ ਹੈ ਮਿਲਣਾ ਕਿਸ ਨੂੰ ਹੈ। ਰੋਗਾਂ ਤੋਂ ਪਰੇ, ਦੁੱਖਾਂ ਤੋਂ ਪਰੇ ਇੱਕ ਜੀਵਨ ਹੈ ਜੋ ਮੇਰਾ ਆਧਾਰ ਹੈ, ਜੋ ਸਦਾ ਲਈ ਹੈ, ਉਸ ਨੂੰ ਮਿਲਣਾ ਹੈ। ਕਿਵੇਂ ਮਿਲਾਂਗੇ ਮਹਾਰਾਜ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਇੱਕ ਪਰਦਾ ਹੈ ਮੇਰੇ ਔਰ ਸੱਚ ਦੇ ਵਿੱਚ। ਇਹ ਕੂੜ ਦੀ ਪਾਲ ਕਿਵੇਂ ਟੁੱਟੇਗੀ? ਕਿਵੇਂ ਜਾਣਾਂਗੇ ਹੁਕਮ ਕੌਣ ਹੈ, ਕੀ ਹੈ? ਜੋ ਮੇਰੇ ਨਾਲ ਹੈ ਉਸ ਨੂੰ ਜਾਣ ਹੀ ਨਹੀਂ ਪਾ ਰਿਹਾ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਨਿਰੰਕਾਰ ਔਰ ਮੇਰਾ ਜੋ ਸੰਬੰਧ ਹੈ ਉਹ ਤਾਂ ਐਵੇਂ ਹੈ ਜਿਵੇਂ ਇੱਕ ਸਵਾਸ ਅੰਦਰ ਔਰ ਇੱਕ ਬਾਹਰ। ਬਿਨਾਂ ਨਿਰੰਕਾਰ ਦੇ ਅਗਲਾ ਸਵਾਸ ਨਹੀਂ ਆਏਗਾ। ਇਤਨਾ ਨੇੜੇ ਹੈ ਨਿਰੰਕਾਰ ਮੇਰੇ ਤੋਂ। ਤੋਹੇ ਸੰਗ ਸਮਾਈ ਮਹਾਰਾਜ ਕਹਿੰਦੇ ਹਨ। ਨਾਨਕ ਲਿਖਿਆ ਨਾਲ, ਮੇਰੇ ਨਾਲ ਹੀ ਹੈ ਜੋ ਮੈਨੂੰ ਦੇਖਣਾ ਹੈ, ਜੋ ਮੈਨੂੰ, ਜਿਸ ਨੂੰ ਮੈਂ ਮਿਲਣਾ ਹੈ। ਜਿੱਥੇ ਮੇਰੇ ਰੋਗ ਖਤਮ ਹੁੰਦੇ ਹਨ, ਜਿੱਥੇ ਦੁੱਖ ਚਲੇ ਜਾਂਦੇ ਹਨ, ਇਹ ਚਾਬੀ ਨਹੀਂ ਲੱਭ ਰਹੀ। ਇਹੀ ਸੱਚ ਹੈ ਜੀਵਨ ਦਾ, ਇਹੀ ਆਧਾਰ ਹੈ ਮੇਰੇ ਮਨ ਦਾ, ਮੂਲ ਹੈ, ਫਾਊਂਡੇਸ਼ਨ ਹੈ ਲਾਈਫ ਦੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਜੀਵਨ ਦਾ ਸੱਤ ਹੈ ਮਹਾਰਾਜ, ਔਰ ਇਹ ਸਹਿਜ ਵਿੱਚ ਹੈ, ਮੇਰੇ ਕਰਨ ਤੋਂ ਨਹੀਂ ਹੈ। ਇਹ ਤਾਂ ਹੈ ਹੀ। ਇਹਦੇ ਲਈ ਮੈਨੂੰ ਕੁਝ ਕਰਨਾ ਨਹੀਂ ਹੈ, ਬਸ ਝੂਠ ਨੂੰ ਛੱਡਣਾ ਹੈ। ਮੂੰਦ ਲਈਏ ਦਰਵਾਜ਼ੇ, ਬਾਜੀਏ ਲਈ ਅਨਹਦ ਬਾਜੇ। ਇੱਕ ਲਾਈਨ ਹੈ, ਇੱਕ ਪੰਕਤੀ ਹੈ ਗੁਰੂ ਦੀ। ਇਹ ਜੀਵਨ ਦੇ ਸਾਰੇ ਜੀਵਨ ਦਾ ਨਿਚੋੜ ਨਿਕਲ ਰਿਹਾ ਹੈ, ਮੇਰੇ ਤੋਂ ਕਮਾਈ ਵਿੱਚ ਨਹੀਂ ਆ ਪਾ ਰਿਹਾ। ਮੂੰਦ ਲਈਏ ਦਰਵਾਜ਼ੇ। ਦਰਅਸਲ ਜੀਵਨ ਮੈਨੂੰ ਬਾਹਰ ਲਈ ਪ੍ਰੇਰਦਾ ਹੈ,
ਦਰਵਾਜ਼ਿਆਂ ਨੂੰ ਖੋਲ੍ਹਣ ਲਈ ਪ੍ਰੇਰਦਾ ਹੈ। ਜੀਵਨ ਮੈਨੂੰ ਦੱਸਦਾ ਹੈ ਕਿ ਜੀਵਨ ਦਾ ਰਸ ਇਹਨਾਂ ਅੱਖਾਂ ਦੇ ਜ਼ਰੀਏ, ਇਹਨਾਂ ਇੰਦਰੀਆਂ ਦੇ ਜ਼ਰੀਏ, ਇਹਨਾਂ 9 ਦਰਵਾਜ਼ਿਆਂ ਦੇ ਜ਼ਰੀਏ ਹੈ ਜੋ ਫਿਜ਼ੀਕਲ ਬਾਡੀ ਦੇ ਹਨ। ਮੈਨੂੰ ਇਸ 'ਤੇ ਭਰੋਸਾ ਹੈ ਔਰ ਇਹੀ ਮਾਇਆ ਹੈ ਜੀਵਨ ਦੀ। ਜੀਵਨ ਦਾ ਸੱਤ ਇਹਨਾਂ ਦਰਵਾਜ਼ਿਆਂ ਦੇ ਵਿੱਚ ਨਹੀਂ ਹੈ। ਗੁਰੂ ਕਹਿ ਰਿਹਾ ਹੈ ਇੱਕ 10ਵਾਂ ਦੁਆਰ ਹੈ, ਉਹ ਛਿਪਿਆ ਹੈ ਕਿਧਰੇ, ਉਹਨੂੰ ਲੱਭ ਲੈ ਭਾਈ। 10ਮ द्वार कुंजी जब दीजे तब दयाल को दर्शन कीजे। ਇਹ ਹੁਣ ਬੜੀ ਹੀ ਭਾਰੀ ਗੱਲ ਜੀ ਲੱਗਦੀ ਹੈ। ਕਿੱਥੋਂ ਲੱਭਾਂਗਾ ਮਹਾਰਾਜ? ਇਹ ਰੋਜ਼ਮर्रा ਦੇ ਕੰਮ ਹੀ ਨਹੀਂ ਹੋ ਪਾ ਰਹੇ। ਇੱਧਰ ਕਿੱਧਰ ਜਾਵਾਂਗੇ? ਇੱਥੇ ਹੀ ਫਸਦਾ ਹੈ ਸਾਰਾ ਪੇਚ। ਅੰਤਰ ਬਾਹਰ ਨੂੰ ਜਾਂਦਾ ਹੈ, ਅੰਤਰ ਵਸੇ ਨਾ ਬਾਹਰ ਜਾਏ। ਸਹਿਜ ਮੇਰੇ ਨਾਲ ਹੀ ਹੈ, ਉਸ ਪਾਸੇ ਮੈਂ ਜਾਂਦਾ ਹੀ ਨਹੀਂ ਹਾਂ। ਗੁਰੂ ਨੇ ਹੀ ਸਾਨੂੰ ਸਮਝਾਇਆ ਹੈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਮੈਂ ਇਹਨਾਂ 9 ਦਰਵਾਜ਼ਿਆਂ ਨੂੰ ਹੀ ਜੀਵਨ ਜਾਣਦਾ ਹਾਂ। ਇਹ ਮੇਰੇ ਇਸ ਮਨ ਨੂੰ ਮੈਂ ਜਾਣਦਾ ਹਾਂ ਸੁਚੇਤ ਹੈ। ਜੀਵਨ ਇਹਨਾਂ 9 ਦਰਵਾਜ਼ਿਆਂ ਦੇ ਵਿੱਚ ਹੈ। ਜੀਵਨ ਇਸ ਹਉਮੈ ਦੇ ਮਨ ਵਿੱਚ ਹੈ, ਹੋਰ ਕਿਧਰੇ ਨਹੀਂ ਹੈ। ਇੱਥੇ ਹੀ ਸਾਰੇ ਪੇਚ ਫਸਦੇ ਹਨ। ਜੀਵਨ ਤਾਂ ਜੀ ਲਿਆ ਔਰ ਅੰਤਰ ਵੱਲ ਗਏ ਨਹੀਂ। ਗੁਰੂ ਤਾਂ ਬਾਰ-ਬਾਰ ਇਸੇ ਗੱਲ ਨੂੰ ਪ੍ਰੇਰਦੇ ਹਨ ਸਾਨੂੰ। ਕਿੱਧਰ ਲੱਭਣਾ ਹੈ? ਘੱਟ ਹੀ ਖੋਜੋ ਪਾਈ। ਤਾਂ ਕੌਣ ਸਮਝਾਏਗਾ ਮਹਾਰਾਜ? ਮੈਂ ਬੈਠਦਾ ਹਾਂ, ਮਨ ਸ਼ਾਂਤ ਹੁੰਦਾ ਨਹੀਂ ਹੈ। ਮਨ ਦੌੜਦਾ ਹੀ ਰਹਿੰਦਾ ਹੈ। ਪਰੇਸ਼ਾਨੀਆਂ ਦਾ ਭਾਰ ਹੀ ਨਹੀਂ ਜਾਂਦਾ ਹੈ ਮਨ 'ਚੋਂ। ਇਹੀ ਗੱਲ ਮਹਾਰਾਜ ਸਾਨੂੰ ਸਮਝਾ ਰਹੇ ਹਨ। ਸਾਡੇ ਮਨ ਦੀ ਅਵਸਥਾ ਅੱਜ ਕੀ ਹੈ ਔਰ ਅੱਜ ਸੁਸਾਇਟੀ ਔਰ ਸਾਡਾ ਆਲਾ ਦੁਆਲਾ, ਇਹ ਦੁਨੀਆਵੀ ਜੋ ਰੂਪ ਰੇਖਾ ਹੈ, ਇਹ ਕੀ ਹੈ? ਸੱਚ ਕਾਲ ਕੂੜ ਵਰਤਿਆ। ਕੂੜ ਹੀ ਵਰਤ ਰਿਹਾ ਹੈ, ਝੂਠ ਹੀ ਵਰਤ ਰਿਹਾ ਹੈ। ਇੱਕ ਪਰਦਾ ਹੀ ਪਰਦਾ ਹੈ ਮੇਰੇ ਅੱਗੇ। ਸੱਚ ਦਾ ਕਾਲ ਪੈ ਗਿਆ ਹੈ, ਦਿਖਦਾ ਨਹੀਂ ਕਿੱਥੇ ਹੈ। ਕਲ ਕਾਲਕ ਬੇਤਾਲ, ਔਰ ਇਸ ਕਲੰਕ ਦੇ ਉੱਪਰ, ਕਾਲਕ ਦੇ ਉੱਪਰ ਬੇਤਾਲਾ ਹੋਇਆ ਮੈਂ ਫਿਰਦਾ ਹਾਂ, ਬਿਨਾਂ ਤਾਲ ਦੇ, ਬਿਨਾਂ ਰਿਦਮ ਦੇ। ਜੀਵਨ ਦੀ ਅਸਲ ਰਿਦਮ ਤੋਂ ਟੁੱਟ ਗਿਆ। ਇਹ ਜੀਵਨ ਦਾ ਬਾਹਰਲਾ ਮੁੱਖ ਇਹੀ ਹੈ। ਧਿਆਨ ਨਾਲ ਦੇਖਣਾ ਜ਼ਰਾ। ਜੋ ਆਪਣੇ ਨੂੰ ਧਰਮੀ ਕਹਾ ਰਹੇ ਹਨ, ਉਹ ਵੀ ਇਹੀ ਕਰ ਰਹੇ ਹਨ, ਬੇਤਾਲੇ ਹਨ। ਨਹੀਂ ਤਾਂ ਉਹਨਾਂ ਨੂੰ ਕੀ ਲੋੜ ਹੈ ਜ਼ੋਰ ਦੀ ਸ਼ੋਰ ਮਚਾਉਣ ਦੀ? ਸੱਤ ਦੇ ਗਿਆਨੀ ਹਨ, ਪ੍ਰੇਮ ਦੀ ਗੱਲ ਚਲਾਉਣ। ਆਪ ਜੁੜੇ ਹਨ, 4 ਹੋਰਾਂ ਨੂੰ ਜੋੜ ਦੇਣ। ਉਹਨਾਂ ਦੀ ਚਰਨ ਧੂੜ ਅਸੀਂ ਵੀ ਲਈਏ। ਪਰ ਹੋ ਕੀ ਰਿਹਾ ਹੈ? ਇਸ ਪੌੜੀ ਵਿੱਚ ਮਹਾਰਾਜ ਸਮਝਾਣਗੇ ਸਾਨੂੰ। ਬੇਤਾਲੇ ਹੋਏ ਅਸੀਂ ਸਾਰੇ ਫਿਰਦੇ ਹਾਂ। ਇਹ ਸਾਡੀ ਹੀ ਗੱਲ ਗੁਰੂ ਚਲਾ ਰਹੇ ਹਨ। ਦੁਨੀਆ ਦੀ ਗੱਲ, ਮੇਰੇ ਮਨ ਦੀ ਗੱਲ, ਸਾਡੇ ਮਨ ਦੀ ਗੱਲ। ਇਹ ਮਨ ਦੇ ਰੋਗ ਹਨ। ਅਸੀਂ ਸਿਰਫ ਫਿਜ਼ੀਕਲ ਦੁਨੀਆ ਨੂੰ, ਫਿਜ਼ੀਕਲ ਸਰੀਰ ਦੇ ਰੋਗ ਔਰ ਮਾਨਸਿਕ ਰੋਗਾਂ ਨੂੰ ਰੋਗ ਜਾਣਦੇ ਹਾਂ। ਪਰ ਜੀਵਨ ਜੀ ਕੇ ਜਾਣਾ ਔਰ ਉਹਦਾ ਤੱਤ ਨਾ ਜਾਣ ਲੈਣਾ ਇੱਕ ਬਹੁਤ ਵੱਡਾ ਰੋਗ ਹੈ। ਹਉਮੈ ਦੇ ਵਿੱਚ ਜੀ ਕੇ ਚਲੇ ਜਾਣਾ ਇੱਕ ਬਹੁਤ ਵੱਡਾ ਰੋਗ ਹੈ। ਗੁਰੂ ਇਹੀ ਗੱਲ ਸਮਝਾ ਰਹੇ ਹਨ। ਮਹਾਰਾਜ ਕਹਿੰਦੇ ਹਨ, ਬਿਓ ਬੀਜ ਪਤ ਲੈ ਗਏ। ਕੁਛ ਲੋਕ ਸਨ ਜਿਨ੍ਹਾਂ ਨੇ ਸੱਚ ਦਾ ਬੀਜ ਬੋਇਆ। ਇੱਥੇ ਹੀ ਤਾਂ ਸਭ ਫਰਕ ਆ ਗਿਆ ਜੀਵਨ ਦਾ। ਕਿ ਮੈਂ ਸੱਚ ਦਾ ਬੀਜ ਬੋ ਰਿਹਾ ਹਾਂ? ਕੁਝ ਚਿਰ ਬੈਠ ਕੇ ਸੱਦ ਰਿਹਾ ਹਾਂ ਗੁਰੂ ਨੂੰ ਕਿ ਇੱਕ ਵਿਆਹ ਹੋ ਜਾਏ। ਮੇਰੇ ਮਨ ਦਾ ਸ਼ਬਦ ਨਾਲ ਕੁਝ ਮਿਲਣ ਹੋ ਜਾਏ। ਕਿ ਮੈਂ ਪੁਕਾਰ ਰਿਹਾ ਹਾਂ ਆਪਣੀ ਵਿਆਕੁਲਤਾ ਤੋਂ, ਪਰੇਸ਼ਾਨੀ ਤੋਂ, ਇਸ ਸ਼ਕਤੀ ਤੋਂ ਨਿਕਲੀ ਕਨਫਿਊਜ਼ਨਸ ਤੋਂ ਮੈਂ ਕੀ ਕਹਿ ਕੀ ਰਿਹਾ ਹਾਂ। ਇੱਥੇ ਸਭ ਫਰਕ ਆਏਗਾ ਜੀਵਨ ਦਾ। ਮੈਂ ਜੰਗਲਿਆਂ ਵਿੱਚ ਬੰਨਿਆ ਹੋਇਆ ਬੰਦੀ ਹਾਂ, ਪਰ ਮੈਂ ਪੁਕਾਰ ਰਿਹਾ ਹਾਂ ਸੱਚ ਨੂੰ। ਇੱਕ ਸਾਧੂ ਮਿਲੇ, ਬਹੁਤ ਚਿਰ ਹੋਇਆ। ਕਹਿੰਦੇ ਸੀ, ਕੁਛ ਵੀ ਹੋਏ ਅੰਦਰ ਦੀ ਅਰਦਾਸ ਨਾ ਛੱਡੀ। ਇੱਕ ਰਾਹ ਫੜਿਆ ਹੈ, ਉਸੇ ਵੱਲ ਟੁਰੀ।
ਅੰਦਰ ਪੁਕਾਰਦਾ ਜਾਈਂ। ਕੁਛ ਵੀ ਹੁੰਦਾ ਜਾਏ, ਪੁਕਾਰ ਨਾ ਛੱਡੀ। ਬੜੀ ਤੱਤ ਦੀ ਗੱਲ ਹੈ, ਕਿਉਂਕਿ ਕਰਮਾਂ ਤੋਂ ਕੀ ਸਾਡੇ ਸਾਹਮਣੇ ਆ ਰਿਹਾ ਹੈ ਸਾਨੂੰ ਆਪ ਨਹੀਂ ਪਤਾ, ਪਰ ਸਾਡੀ ਪੁਕਾਰ, ਮਹਾਰਾਜ ਕਹਿੰਦੇ ਹਨ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਲੱਭ ਤਾਂ ਅਸੀਂ ਸਾਰੇ ਇੱਕੋ ਗੱਲ ਨੂੰ ਰਹੇ ਹਾਂ, ਉਹਦੇ ਤੇ ਕੋਈ ਬਹਿਸ ਨਹੀਂ ਹੈ। ਅਸੀਂ ਸੁੱਖ ਲੱਭਦੇ ਹਾਂ, ਪਰ ਜਿੱਥੇ ਅਸੀਂ ਲੱਭ ਰਹੇ ਹਾਂ ਉੱਥੇ ਸੁੱਖ ਔਰ ਦੁੱਖ ਦੋਨੋਂ ਲੱਭਦੇ ਹਨ, ਇਕੱਲਾ ਸੁੱਖ ਨਹੀਂ ਲੱਭਦਾ। ਔਰ ਜਿਸ ਸੁੱਖ ਦੇ ਨਾਲ ਦੁੱਖ ਹੈ ਉਹ ਤਾਂ ਦੁੱਖ ਹੀ ਹੈ, ਸਿਰਫ ਕਾਹਦਾ ਸੁੱਖ ਹੈ ਉਹ। ਜਿਹੜੀ ਚੀਜ਼ ਸਦਾ ਲਈ ਨਹੀਂ ਹੈ ਉਹ ਤਾਂ ਮੇਰੇ ਕੋਲ ਹੈ ਹੀ ਨਹੀਂ, ਫਿਰ ਸਮੇਂ ਵਿੱਚ ਤਾਂ ਖਤਮ ਹੋ ਹੀ ਜਾਏਗੀ। ਅੱਜ ਨਵਾਂ ਹੈ ਕੱਪੜਾ, ਕੱਲ ਪੁਰਾਣਾ ਹੋਏਗਾ, ਪਰਸੋਂ ਫਟ ਜਾਏਗਾ। ਇਹ ਤੇ ਬਸ ਸਮੇਂ ਦੀ ਹੀ ਖੇਡ ਹੈ, ਮੇਰੇ ਕੋਲ ਨਹੀਂ ਹੈ। ਜੋ ਮੇਰੇ ਕੋਲ ਹੈ ਉਹ ਸਦਾ ਮੇਰੇ ਕੋਲ ਹੈ, ਉਹ ਮੇਰੇ ਤੋਂ ਕੋਈ ਲੈ ਨਹੀਂ ਸਕਦਾ। ਉਸੇ ਵਸਤੂ ਦੀ ਗੱਲ ਗੁਰੂ ਮੰਨਦੇ ਹਨ ਅਸਲ ਕਮਾਈ ਜੀਵਨ ਦੀ, ਉਹਦੇ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ। ਭਗਤ ਰਵਿਦਾਸ ਸਾਨੂੰ ਸਮਝਾਉਂਦੇ ਹਨ, ਐਸਾ ਸ਼ਹਿਰ ਹੈ ਜਿੱਥੇ ਕੋਈ ਵਿਘਨ ਨਹੀਂ ਪੈਂਦਾ। ਮਹਿਰਮ ਮਹਿਲ ਨਾ ਕੋ ਅਟਕਾਵੇ, ਉਸ ਮਹਿਰ ਵਿੱਚ ਕੋਈ ਅਟਕ ਨਹੀਂ ਪਾ ਸਕਦਾ। ਜਿਸ ਮਹਿਰ ਵਿੱਚ ਕੋਈ ਅਟਕ ਪਾ ਸਕਦਾ ਹੈ ਉਹ ਮਹਿਰ ਹੈ ਹੀ ਨਹੀਂ। ਪਾਤਸ਼ਾਹ ਦਰਵੇਸ਼ ਦਾ ਇੱਕ ਬਹੁਤ ਪਿਆਰਾ ਸ਼ਬਦ ਹੈ, ਮਹਾਰਾਜ ਨੇ ਜ਼ਫਰਨਾਮਾ ਵਿੱਚ ਦਰਜ ਕੀਤਾ ਹੈ ਕਿ ਸਮੇਂ ਦੇ ਨਾਲ ਨਾ ਮਕਾਨ ਰਹਿੰਦਾ ਹੈ, ਨਾ ਮਕਾਨ ਵਿੱਚ ਰਹਿਣ ਵਾਲਾ ਰਹਿੰਦਾ ਹੈ। ਬੀਬੀ ਗਰਦਿਸ਼ੇ ਬੇਵਫਾਏ ਜ਼ਮਾਂ, ਔਰੰਗਜ਼ੇਬ ਨੂੰ ਕਹਿ ਰਹੇ ਹਨ। ਤਤ ਗਿਆਨ ਹੈ ਜੀਵਨ ਦਾ ਮਹਾਰਾਜ, ਇੱਥੇ ਦੇਖਣਾ ਹੈ। ਗੱਲ ਸਾਰੀ ਇੱਥੇ ਹੀ ਅੜਦੀ ਹੈ। ਗੁਰੂ ਦੇ ਦਰਸ਼ਨ ਨਹੀਂ ਕਰ ਪਾਉਂਦੇ ਅਸੀਂ, ਕਿਉਂਕਿ ਸਾਡਾ ਮਨ ਹੀ ਵਿੱਚ ਬੀਜ ਨਹੀਂ ਬੋਇਆ ਹੋਇਆ। ਬੀਓ ਬੀਜ ਪਤ ਲੈ ਗਏ, ਕਈਆਂ ਨੇ ਬੋਇਆ ਉਹ ਲੈ ਗਏ, ਪਰ ਅਸੀਂ ਨਹੀਂ ਬੀਜ ਬੋ ਪਾ ਰਹੇ। ਪ੍ਰਸ਼ਨ ਪੁੱਛਣ ਵਾਲਾ ਬਣਦਾ ਹੈ, ਬਾਣੀ ਮੈਂ ਪੜ੍ਹਦਾ ਹਾਂ, ਮੈਨੂੰ ਸੱਤ ਦੇ ਦਰਸ਼ਨ ਕਿਉਂ ਨਹੀਂ ਹੋ ਪਾ ਰਹੇ, ਮੈਨੂੰ ਬ੍ਰਹਮ ਗਿਆਨ ਕਿਉਂ ਨਹੀਂ ਹੋ ਪਾ ਰਿਹਾ। ਸਾਰੀ ਬਾਣੀ ਬ੍ਰਹਮ ਗਿਆਨ ਦੀ ਅਵਸਥਾ ਦੀ ਗੱਲ ਕਰਦੀ ਹੈ। ਬਾਣੀ ਉਸ ਦਰਵਾਜ਼ੇ ਦੀ ਕੁੰਜੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਗੁਰੂ ਹੈ। ਤਾਂ ਮੈਨੂੰ ਕਿਉਂ ਨਹੀਂ ਮਿਲ ਪਾ ਰਿਹਾ ਹਜ਼ੂਰ? ਇਹ ਤੇ ਮੇਰੇ ਕਾਰਨ ਮੈਨੂੰ ਸਮਝਣੇ ਚਾਹੀਦੇ ਹਨ। ਮੈਂ ਕੁਝ ਤਾਂ ਗਲਤ ਕਰ ਰਿਹਾ ਹਾਂ। ਅੱਜ ਦੇ ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਬੜੇ ਪਿਆਰ ਨਾਲ ਸਮਝਾ ਰਹੇ ਹਨ, ਜਦੋਂ ਸੱਚ ਦਾ ਕਾਲ ਪਿਆ ਹੈ ਅਸੀਂ ਉਹ ਬੀਜ ਨਹੀਂ ਬੋ ਪਾ ਰਹੇ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੇ ਦਾਲ। ਕੁਝ ਲੋਕਾਂ ਨੇ ਕਮਾ ਲਿਆ, ਉਹਨਾਂ ਨੇ ਗਿਆਨ ਪ੍ਰਾਪਤ ਕਰ ਲਿਆ, ਪਰ ਇਹ ਜਿਹੜੇ ਮੇਰੇ ਹਾਲਾਤ ਹਨ, ਕਿਹੜੇ ਹਾਲਾਤ ਹਨ? ਸੱਚ ਦਾ ਕਾਲ ਹੈ, ਕੂੜ ਵਰਤ ਰਿਹਾ ਹੈ ਮੇਰੇ ਅੰਦਰ ਔਰ ਬਾਹਰ ਵਿੱਚ, ਔਰ ਮੈਂ ਬੇਤਾਲਾ ਹੋਇਆ ਫਿਰਦਾ ਹਾਂ। ਤਾਂ ਫਿਰ ਕਿਵੇਂ ਗੱਲ ਬਣੇਗੀ? ਜੋ ਇੱਕ ਹੋਏ ਤਾਂ ਉਗਵੇ, ਰੁੱਤੀ ਹੋਏ ਰੁੱਤ ਹੋਏ। ਦਾਲ ਬਣ ਗਈ ਮਨ ਦੀ, ਮਨ ਦੇ ਦੁਫਾੜ ਹੋ ਗਏ, ਮਨ ਦੇ ਕਈ ਹਿੱਸੇ ਹੋ ਗਏ। ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਮਨ ਡਿਵਾਈਡਡ ਹੈ। ਬ੍ਰਹਮ ਗਿਆਨ ਦੀ ਅਵਸਥਾ ਦੀ ਕਮਾਈ ਲਈ ਤਿੰਨ ਚੀਜ਼ਾਂ ਵਿਘਨ ਬਣ ਕੇ ਖਲੋ ਜਾਂਦੀਆਂ ਹਨ ਸਾਹਮਣੇ। ਬਜ਼ੁਰਗਾਂ ਨੇ ਸਮਝਾਇਆ ਸੀ, ਕਹਿੰਦੇ ਆਲਸੀ ਮਨ, ਰੋਗੀ ਮਨ ਔਰ ਵੇਵਰਿੰਗ ਮਾਈਂਡ, ਇਹ ਤਿੰਨ ਚੀਜ਼ਾਂ ਵਿਘਨ ਬਣਦੀਆਂ ਹਨ। ਵੇਵਰਿੰਗ ਮਾਈਂਡ ਦਾ ਮਤਲਬ ਸਾਈਕੋਲੋਜੀ ਤੋਂ ਹੀ ਸਮਝ ਲਈਏ, ਅਨਰਿਜ਼ੋਲਵਡ ਇਸ਼ੂਜ਼ ਹਨ ਮਨ ਦੇ ਅੰਦਰ। ਭਾਰੀ ਹੈ ਮਨ, ਮਨ ਦੁਫਾੜ ਹੋਇਆ ਹੈ, ਮਨ ਦੇ ਕਈ ਹਿੱਸੇ ਹੋ ਗਏ, ਇਕਾਗਰ ਨਹੀਂ ਹੋ ਪਾ ਰਿਹਾ, ਥਾਟਲੈਸਨੈਸ ਵੱਲ ਨਹੀਂ ਜਾ ਪਾ ਰਿਹਾ।
ਮੈਂ ਕੁਝ ਚਿਰ ਜਦੋਂ ਨਾਲ ਰਿਹਾ, ਮੈਨੂੰ ਇੱਕ ਦਿਨ ਬੁਲਾ ਕੇ ਪੁੱਛਦੇ ਸਨ, ਤੂੰ ਇੰਨਾ ਦਿਨ ਸੇਵਾ ਕਰਦਾ ਹੈ ਇੱਥੇ, ਕੁਝ ਚਿਰ ਮਨ ਸ਼ਾਂਤ ਹੁੰਦਾ ਹੈ, ਇਹ ਥਾਟਸ ਤੋਂ ਆਜ਼ਾਦ ਹੁੰਦਾ ਹੈ ਮਨ? ਇਹ ਪ੍ਰਸ਼ਨ ਬੜਾ ਡੂੰਘਾ ਹੈ ਜੀਵਨ ਦਾ। ਅਸੀਂ ਜੀਵਨ ਦੀ ਇੱਕ ਬਹਾਵ ਵਿੱਚ ਬਹਿ ਰਹੇ ਹਾਂ, ਉਸ ਬਹਾਵ ਤੋਂ ਉੱਪਰ ਕਦੇ ਉੱਠਦਾ ਹੈ ਮਨ? ਥਾਟਸ ਤੋਂ ਪਰੇ ਕੀ ਹੈ ਉਹ ਦੇਖਣ ਦੇ ਵੱਲ ਜਾਂਦਾ ਹੈ ਮਨ? ਉਸ ਇਕਾਗਰਤਾ ਨੂੰ ਜਾਣ ਲੈਂਦਾ ਹੈ ਕਿ ਨਹੀਂ? ਮਨ ਨੂੰ ਇਕਾਗਰ ਕਰਨਾ ਬੜਾ ਜ਼ਰੂਰੀ ਹੈ। ਬਾਣੀ ਅੱਜ ਇਹੀ ਗੱਲ ਸਾਨੂੰ ਸਮਝਾ ਰਹੀ ਹੈ। ਜੇ ਇੱਕ ਹੋਏ ਤਾਂ ਉਗਵੇ, ਜੇ ਮਨ ਇੱਕ ਹੋਏਗਾ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਇੱਕ ਆਦੇਸ਼ ਕਰਦੇ ਹਨ, ਸਾਵਧਾਨ ਇਕਾਗਰ ਚੀਤ। ਬਾਣੀ ਦੀ ਹਜ਼ੂਰੀ ਵਿੱਚ ਬੈਠਣਾ ਹੈ, ਇੱਕ ਮਨ ਹੋ ਕੇ ਬੈਠਣਾ। ਮਨ ਕਿਧਰੇ ਹੋਰ ਦੌੜ ਰਿਹਾ ਹੈ, ਸਰੀਰ ਕਿਧਰੇ ਹੋਰ, ਉਹ ਗੱਲ ਨਹੀਂ ਬਣਦੀ। ਸਭ ਰੋਗਾਂ ਦਾ ਕਾਰਨ ਹੀ ਇਹੀ ਹੈ, ਅਸੀਂ ਮਨ ਨੂੰ ਸਾਧਨਾ ਹੈ। ਮਹਾਰਾਜ ਕਹਿੰਦੇ ਹਨ, ਜੇ ਇੱਕ ਹੋ ਜਾਏਗਾ ਮਨ ਤਾਂ ਫਿਰ ਉਹਦੇ ਵਿੱਚ ਫੁਟਾਵ ਆਏਗਾ, ਰਿਜ਼ਲਟਸ ਆਉਣਗੇ। ਰੁੱਤੀ ਹੋਏ, ਰੁੱਤ ਹੋਏ। ਫਿਰ ਰੁੱਤ ਵੀ ਚਾਹੀਦੀ ਹੈ, ਸਮਾਂ ਵੀ ਚਾਹੀਦਾ ਹੈ। ਜੀਵਨ ਨੂੰ ਵੀ ਰੁੱਤ ਮੰਨ ਲਈਏ ਇੱਕ ਪਾਸੋਂ, ਅੰਮ੍ਰਿਤ ਵੇਲੇ ਨੂੰ ਰੁੱਤ ਮੰਨੀਏ ਦੂਜੇ ਪਾਸੋਂ। ਨੀਂਦ ਨੂੰ ਤਿਆਗ ਦਈਏ, ਨਹੀਂ ਉੱਠਣ ਹੁੰਦਾ, ਸੌਣ ਤੋਂ ਪਹਿਲਾਂ ਹੀ ਅਭਿਆਸ ਕਰ ਲਈਏ। ਫਿਰ ਸੰਗਤ ਲੱਭ ਲਈਏ, ਪੁਕਾਰ ਨਾ ਛੱਡੀਏ। ਇੱਕ ਤਰਫੋਂ ਪੁਕਾਰ ਹੁੰਦੀ ਹੀ ਰਹੇ, ਜਿਵੇਂ ਇੱਕ ਗੰਢ ਬੰਦਲੀ ਹੋਏ ਕਿ ਮੈਂ ਐਸੇ ਰਾਹ ਜਾਣਾ ਹੈ, ਮੈਨੂੰ ਅੱਜ ਦੇ ਹਾਲਾਤ ਨਹੀਂ ਜਾਣ ਦੇ ਰਹੇ, ਪਰ ਮੈਂ ਮੰਗਣਾ ਨਹੀਂ ਛੱਡਾਂਗਾ। ਇਹੀ ਸਮਝਾ ਰਹੇ ਸਨ। ਹਜ਼ੂਰ ਕਹਿੰਦੇ ਹਨ, ਮਨ ਨੂੰ ਇੱਕ ਇਕਾਗਰ ਹੋਣਾ ਜ਼ਰੂਰੀ ਹੈ, ਔਰ ਉਸ ਇਕਾਗਰਤਾ ਨਾ ਹੋਣ ਦੇ ਕਾਰਨ ਆਹ ਜੀਵਨ ਮੈਂ ਭਟਕਦਾ ਹਾਂ। ਆਹ ਜੀਵਨ। ਹਰਨੀਤ ਵੀਰ ਇੱਕ ਬਹੁਤ ਪਿਆਰਾ ਪ੍ਰਸ਼ਨ ਪੁੱਛੇ ਹਨ ਉਸ ਦਿਨ, ਔਰ ਲਗਾਤਾਰ ਉਸ ਨੂੰ ਵਿਜ਼ਿਟ ਕਰਨਾ ਬਣਦਾ ਹੈ। ਸਾਡੇ ਸਾਰਿਆਂ ਦੇ ਮਨ ਦੇ ਰੋਗਾਂ ਦੇ ਕਾਰਨ ਇਹੀ ਹਨ ਕਿ ਜੀਵਨ ਸਾਨੂੰ ਖਿੱਚਦਾ ਹੈ ਦੂਸਰੇ ਪਾਸੇ, ਅੰਤਰ ਜਾਏ, ਬਾਹਰ ਨੂੰ ਜਾਂਦਾ ਹੈ ਮਨ। ਇਹੀ ਕਾਰਨ ਛੋਟੇ ਛੋਟੇ ਕਈ ਹੱਲ ਨਿਕਲ ਸਕਦੇ ਹਨ। ਮਿਊਜ਼ਿਕ, ਕੀਰਤਨ ਇੱਕ ਬਹੁਤ ਅੱਛਾ ਉਪਰਾਲਾ ਹੈ। ਤਾਰਾਂ ਦੇ ਇੰਸਟਰੂਮੈਂਟਸ, ਵਾਇਲਿਨ ਹੋ ਗਿਆ, ਸਿਤਾਰ ਹੋ ਗਿਆ, ਕੁਝ ਸਿੱਖ ਲਈਏ ਜਿਹਦੇ ਨਾਲ ਮਨ ਨੂੰ ਥੋੜ੍ਹਾ ਸ਼ਾਂਤ ਕਰ ਸਕੀਏ, ਫਿਰ ਇਕਾਗਰਤਾ ਵੱਲ ਮਨ ਜਾਏ। ਇਸੇ ਲਈ ਗੁਰੂ ਨੇ ਸ਼ਬਦ ਨੂੰ ਰਾਗਾਂ ਵਿੱਚ ਪਿਰੋਇਆ ਹੈ। ਇਹਨਾਂ ਦੋਨਾਂ ਦਾ ਸੰਬੰਧ ਹੈ ਬੜਾ ਗਹਿਰਾ। ਰਾਗ ਇੱਕ ਪ੍ਰੇਮ ਹਨ, ਮੇਰੇ ਮਨ ਨੂੰ ਜੋੜ ਦੇਣਗੇ, ਇਕਾਗਰ ਕਰ ਦੇਣਗੇ। ਇਸ ਬਹਿੰਦੇ ਦਰਿਆ ਤੋਂ ਉੱਪਰ ਮੇਰਾ ਮਨ ਉੱਠ ਸਕਦਾ ਹੈ। ਸਾਨੂੰ ਅਭਿਆਸ ਨਹੀਂ ਕਰ ਪਾ ਰਹੇ, ਮਨ ਨੂੰ ਸ਼ਾਂਤ ਨਹੀਂ ਕਰ ਪਾ ਰਹੇ, ਮਿਊਜ਼ਿਕ ਦਾ ਸਪੋਰਟ ਲੈ ਲਈਏ। ਕੁਝ ਚਿਰ ਵਾਇਲਿਨ ਸਿੱਖ ਲਈਏ, ਸਿਤਾਰ ਸਿੱਖੀਏ, ਕੁਛ ਵੀ ਬਾਜਾ ਹੀ ਸਿੱਖ ਲਈਏ, ਗਾ ਲਈਏ। ਦੁੱਖ ਵਿੱਚ ਵੀ ਗਾਇਆ ਜਾਂਦਾ ਹੈ, ਦੁੱਖ ਵਿੱਚ ਹੋਰ ਗਹਿਨ ਗਾਇਆ ਜਾ ਸਕਦਾ ਹੈ। ਦੁੱਖਾਂ ਤੋਂ ਉੱਪਰ ਉੱਠ ਸਕਦੇ ਹਾਂ। ਇਹ ਦੁੱਖ ਮੈਂ ਨਹੀਂ ਹਾਂ, ਇਹ ਕਨਫਿਊਜ਼ਨ ਮੈਂ ਨਹੀਂ ਹਾਂ, ਇਹ ਪ੍ਰੈਸ਼ਰਸ ਮੈਂ ਨਹੀਂ ਹਾਂ। ਇਹ ਸਭ ਮੇਰੀ ਪਾਸਿੰਗ ਫੇਜ਼ਿਸ ਹਨ, ਮੇਰੀ ਰਿਐਲਿਟੀ ਨਹੀਂ ਹੈ। ਗਾ ਸਕਦੇ ਹਾਂ ਇਹਨੂੰ। ਮੇਰਾ ਅਸਲ ਕੀ ਹੈ? ਸਹਿਜੇ ਹੀ ਸੱਚ ਸਮਾਇਆ। ਇਹ ਅਸਲ ਹੈ ਸਾਡਾ। ਭਟਕ ਗਏ ਹਾਂ, ਸੱਚ ਦਾ ਕਾਲ ਪੈ ਗਿਆ ਹੈ ਮੇਰੇ ਮਨ ਵਿੱਚ। ਬਾਹਰਲੇ ਜੀਵਨ ਵਿੱਚ ਖਿੱਚੇ ਜਾ ਰਿਹਾ ਹਾਂ ਮੈਂ। ਭੁੱਲ ਗਿਆ ਹਾਂ ਮੈਂ ਜਾਣਾ ਕਿਧਰ ਹੈ। ਪਰ ਜੋ ਮੇਰੀ ਅਸਲੀਅਤ ਹੈ, ਗੁਰੂ ਅੱਗੇ ਪੇਸ਼ ਕਰਨਾ ਉਹੀ ਬਣਦਾ ਹੈ। ਮਨ ਗੁਰੂ ਨੂੰ ਅਰਪਣ ਤਾਂ ਕਰਨਾ ਹੈ।
मन बेचे सतगुर के पास, तिस सेवक के कारज रास। गुरु ਤਾਂ ਸਾਰੇ ਰੋਗਾਂ ਦਾ ਹੱਲ ਹੈ, ਔਰ ਗੁਰੂ ਇੱਥੇ ਆਦੇਸ਼ ਕਰਦੇ ਹਨ, ਮਨ ਨੂੰ ਇਕਾਗਰ ਕਰ ਲੈ। ਬਿਓ ਬੀਜ ਪਤ ਲੈ ਗਏ, ਅਬ ਕਿਉਂ ਉਗਵੇ ਦਾਲ। ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੋਏ ਰੁੱਤ ਹੋਏ। ਫਿਰ ਇਹ ਜੀਵਨ ਨੂੰ ਇੱਕ ਮਿਲਣ ਦੀ ਰੁੱਤ ਬਣਾ ਲਈਏ। ਅੰਮ੍ਰਿਤ ਵੇਲੇ ਰਾਤ ਨੂੰ ਨੀਂਦਰ ਤਿਆਗ ਕੇ ਗੁਰੂ ਵੱਲ ਜਾਣ ਦੀ ਇੱਕ ਵਿਧੀ ਬਣਾ ਲਈਏ। ਦਿਨ ਦਾ ਬੀਜ ਸ਼ੁਰੂ ਹੁੰਦਾ ਹੈ ਉਸ ਸਮੇਂ ਤੋਂ। ਯਤਨ ਕਰੀਏ, ਨਹੀਂ ਹੁੰਦਾ ਪੁਕਾਰੀਏ। ਮਹਾਰਾਜ ਕਹਿੰਦੇ ਹਨ ਕਿ ਇਹ ਸਾਡੇ ਮਨ ਦੇ ਰੋਗਾਂ ਦਾ ਕਾਰਨ ਇਹੀ ਹੈ ਕਿ ਮੇਰਾ ਮਨ ਇਕਾਗਰ ਨਹੀਂ ਹੈ। ਫਿਰ ਇੱਕ ਹੋਰ ਗੱਲ ਸਮਝਾ ਰਹੇ ਹਨ ਹੁਣ, ਇੱਕ ਸਿਮਲੀ, ਇੱਕ ਐਗਜ਼ਾਮਪਲ ਦੇ ਕੇ। ਜਦੋਂ ਕੱਪੜਾ ਰੰਗਿਆ ਜਾਂਦਾ ਹੈ ਤਾਂ ਉਸ ਨੂੰ ਪਾਹੇ ਦਿੰਦੇ ਹਨ, ਲੂਣ ਦੇ ਪਾਣੀ ਵਿੱਚ ਗਰਮ ਕਰਦੇ ਹਨ, ਖੁੰਬ ਵੀ ਕਹਿੰਦੇ ਹਨ ਉਸ ਨੂੰ, ਤਾਂ ਕਿ ਉਹ ਪਹਿਲੇ ਸਾਫ਼ ਹੋ ਜੇ, ਤਾਂ ਫਿਰ ਉਹਦੇ ਵਿੱਚ ਰੰਗ ਮਿਲਾ ਕੇ ਉਹਨੂੰ ਰੰਗਦੇ ਹਨ। ਗੁਰੂ ਕਹਿੰਦੇ ਹਨ ਕਿ ਜੀਵਨ ਵੀ ਇਸ ਤਰ੍ਹਾਂ ਦਾ ਇੱਕ ਕੱਪੜਾ ਹੀ ਹੈ। ਮਨ ਨੂੰ ਵੀ ਰੰਗਣਾ ਹੈ ਸੱਚ ਦੇ ਰੰਗ ਵਿੱਚ, ਤਾਂ ਝੂਠ ਨੂੰ ਤਿਆਗਣਾ ਹੈ। ਗੁਰੂ ਕਹਿੰਦਾ ਹੈ ਕਿ ਜੇ ਕੱਪੜੇ ਨੂੰ ਪਾਹੇ ਨਾ ਦਿੱਤਾ ਜਾਏ, ਨਾਨਕ ਪਾਹੇ ਬਾਹਰਾ, ਕੋਰੇ ਰੰਗ ਨਾ ਸੋਏ, ਫਿਰ ਉਹਦੇ ਵਿੱਚ ਰੰਗ ਨਹੀਂ ਕੋਰਾ ਹੁੰਦਾ। ਮੇਰੇ ਮਨ ਦੇ ਵਿੱਚ ਇੱਕ ਕੋਰਾ ਰੰਗ ਹੈ ਮਹਾਰਾਜ, ਉਹ ਆਨੰਦ ਹੈ। ਇਹ ਦੁਨੀਆ ਵਿੱਚ ਉਹ ਵਿਕ ਰਿਹਾ ਹੈ ਆਨੰਦ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਮੈਂ ਇਸ ਆਜੀਵਨ ਆਨੰਦ ਨੂੰ ਛੱਡ ਕੇ ਇਹਨਾਂ ਸੁੱਖਾਂ ਦੁੱਖਾਂ ਦੀ ਮਾਇਆ ਵਿੱਚ ਆਪਣੇ ਆਨੰਦ ਨੂੰ ਵੇਚ ਰਿਹਾ ਹਾਂ। ਮੇਰੇ ਮਨ ਦਾ ਅਸਲ ਰੰਗ ਆਨੰਦ ਰੂਪ ਹੈ। ਗੁਰੂ ਕਹਿੰਦੇ ਹਨ ਕਿ ਅਗਰ ਕੱਪੜਾ ਰੰਗਿਆ ਨਾ ਜਾਏ ਤਾਂ ਕੋਰਾ ਰੰਗ ਨਹੀਂ ਹੋਏਗਾ, ਤਾਂ ਸੁੱਚਾ ਰੰਗ ਨਹੀਂ ਨਿਕਲੇਗਾ। ਮਨ ਦੇ ਵਿੱਚ ਸੱਚਾ ਕੀ ਹੈ ਉਹ ਨਹੀਂ ਦਿਖੇਗਾ। ਜੀਵਨ ਦੇ ਵਿੱਚ ਕੁਝ ਸਟਿਮੂਲੈਂਟਸ ਹਨ ਔਰ ਭੈ ਉਹਦੇ ਚੋਂ ਇੱਕ ਹੈ। ਭੈ ਦਾ ਮਤਲਬ ਦੋਨੋਂ ਪਾਸੇ ਦਾ ਗੱਲ ਹੋ ਸਕਦੀ ਹੈ। ਰੱਬ ਨੂੰ ਜਾਣਨਾ ਕਿ ਉਹ ਹੈ, ਐਕਨੋਲੇਜ ਕਰਨਾ, ਜਾਂ ਫਿਰ ਹੋਰ ਤਰ੍ਹਾਂ ਦੇਖੀਏ, ਕਾਲ ਦੇ ਭੈ ਤੋਂ ਸਟਿਮੂਲੈਂਟ ਲੈ ਲਈਏ ਕਿ ਇੱਕ ਦਿਨ ਮੌਤ ਆਏਗੀ, ਜੋ ਕੁਝ ਹੈ ਮੇਰੇ ਕੋਲ ਸਭ ਕੁਝ ਲੈ ਜਾਏਗੀ। ਕੀ ਰਹੇਗਾ ਮੇਰੇ ਪੱਲੇ? ਜਿਨ੍ਹਾਂ ਚੀਜ਼ਾਂ ਵਿੱਚ ਮੈਂ ਅੱਜ ਵਿਆਕੁਲ ਹੋ ਰਿਹਾ ਹਾਂ ਉਹ ਮੈਟਰ ਕਰਨਗੀਆਂ? ਮੈਂ ਦੇਖਿਆ ਕਾਫੀ ਲੋਕਾਂ ਨੂੰ, ਯੂਥ ਵਿੱਚ ਅਸੀਂ ਬੜੇ ਇਸ਼ੂਜ਼ ਨੂੰ ਸਾਹਮਣੇ ਰੱਖ ਕੇ ਲੜਦੇ ਹਾਂ, ਬਹੁਤ ਗਹਿਨ ਲੜਾਈਆਂ ਲੜਦੇ ਹਾਂ, ਅਖੀਰ ਉਹ ਮੈਟਰ ਹੀ ਨਹੀਂ ਕਰਦੀਆਂ। ਮੈਟਰ ਕਰਦਾ ਕੀ ਹੈ? ਜੀਵਨ ਨੂੰ ਕਿਤਨਾ ਜਾਣ ਲਿਆ ਹੈ। ਇਸ ਮੂਵਿੰਗ ਮਾਈਂਡ ਤੋਂ ਪਰੇ ਇਹ ਸਹਿਜ ਨੂੰ ਜਾਣਿਆ ਹੈ ਕਿ ਨਹੀਂ, ਇਹ ਮੈਟਰ ਕਰਦਾ ਹੈ। ਗੁਰੂ ਵੱਲ ਮੁੱਖ ਕਰਕੇ ਜੀਵਨ ਜੀਆ ਹੈ ਕਿ ਨਹੀਂ, ਬਾਣੀ ਨੂੰ ਮਨ ਵਿੱਚ ਵਸਾਇਆ ਹੈ ਕਿ ਨਹੀਂ, ਆਨੰਦ ਦੀ ਕੁੰਜੀ ਖੋਲ੍ਹੀ ਹੈ ਕਿ ਨਹੀਂ। ਆਨੰਦ ਉਹ ਅਨਕੰਡੀਸ਼ਨਲ ਹੈਪੀਨੈਸ ਹੈ ਜਿਹੜੀ ਮਨ ਦੇ ਵਿੱਚ ਵੈਸੇ ਹੀ ਮੌਜੂਦ ਹੈ। ਆਨੰਦ ਰੂਪ ਰਵਿਓ ਸਭ ਮੱਦੇ, ਜਦ ਕਤ ਪੇਖੂ ਜਾਈ। ਗੁਰੂ ਕਹਿ ਰਹੇ ਹਨ, ਭੈ ਵਿੱਚ ਖੁੰਭ ਚੜਾਈਏ, ਸ਼ਰਮ ਪਾਹੇ ਤਨ ਹੋਏ। ਤਾਂ ਪਾਹੇ ਸ਼ਰਮ ਦੀ ਮਿਹਨਤ ਕਰਕੇ ਇਸ ਮਨ ਨੂੰ ਧੋਣਾ ਹੈ, ਮਨ ਦੀ ਮੈਲ ਨੂੰ ਕੱਢਣਾ ਹੈ। ਇਹ ਕੂੜ ਤਾਂ ਮੈਲ ਹੀ ਹੈ, ਹੋਰ ਕੀ ਹੈ। ਜੋ ਕੁਛ ਮੈਂ ਕੰਡੀਸ਼ਨਲ ਉੱਪਰੋਂ ਪਾਇਆ, ਜੱਜਮੈਂਟਸ ਪਾਈਆਂ ਲਾਈਫ ਦੀਆਂ, ਜੋ ਕੁਛ ਮੈਨੂੰ ਦੱਸਿਆ ਗਿਆ ਕਿ ਜੀਵਨ ਹੈ, ਇਹ ਸਭ ਕੰਡੀਸ਼ਨਡ ਮਾਈਂਡ ਬਣ ਗਿਆ ਮੇਰਾ। ਸੱਚ ਤੋਂ ਮੈਨੂੰ ਦੂਰ ਲਿਜਾਂਦਾ ਹੈ। ਜੀਵਨ ਭਾਵੇਂ ਜੀਣ ਦੀ ਵਿਧੀ ਸਿਖਾ ਰਿਹਾ ਹੋਏ ਉਹ ਤਾਂ ਠੀਕ ਹੈ। ਰੋਜ਼ਮर्रा ਦੇ ਜੀਵਨ ਵਿੱਚ ਉਹ ਕੰਡੀਸ਼ਨਡ ਮਾਈਂਡ ਇੱਕ ਟੂਲ ਹੈ, ਈਗੋ ਮਾਈਂਡ। ਗੁਰੂ ਵੀ ਇਹੀ ਸਮਝਾ ਰਹੇ ਹਨ
ਹਉਮੈ ਕਿੱਥੋਂ ਉਪਜੇ, ਕਿਤ ਸੰਜਮ ਹੈ ਜਾਏ। ਮਹਾਰਾਜ ਕਹਿੰਦੇ ਨੇ ਹਉਮੈ ਇਹੋ ਹੁਕਮ ਹੈ, ਪਈਏ ਕਿਰਤ ਫਿਰਾਏ। ਇਹ ਸਾਰੀ ਦੁਨੀਆ ਨੂੰ ਚਲਾ ਹੀ ਹਉਮੈ ਦੇ ਅੰਦਰ ਰਿਹਾ। ਹਉਮੈ ਨਾ ਹੋਏ ਤਾਂ ਸਿਰਫ ਨਿਰੰਕਾਰ ਹੈ, ਹੋਰ ਹੈ ਕੀ। ਪੈ ਵਿੱਚ ਖੁੰਭ ਚੜਾਈਏ, ਸ਼ਰਮ ਪਾਏ ਤਨ ਹੋਏ। ਮਿਹਨਤ ਕਰਨੀ ਹੈ ਕਿ ਇਸ ਮਨ ਨੂੰ ਸ਼ੁੱਧ ਕਰੀਏ, ਮਨ ਨੂੰ ਸ਼ਬਦ ਨਾਲ ਜੋੜੀਏ। ਮਹਾਰਾਜ ਕਹਿੰਦੇ ਨੇ ਜਦੋਂ ਇਹ ਕਰਾਂਗੇ ਤਾਂ ਭਗਤੀ ਜਾਣ ਲਵਾਂਗੇ ਕੀ ਹੈ। ਬੜਾ ਪਿਆਰਾ ਸ਼ਬਦ ਹੈ ਭਗਤੀ। ਨਾਨਕ ਭਗਤੀ ਜੇ ਰਪੇ। ਇਹ ਵੀ ਇੱਕ ਰਸ ਹੈ। ਇੱਕ ਸਾਧੂ ਮਿਲਿਆ ਮੈਨੂੰ, ਬਹੁਤ ਛੋਟੀ ਉਮਰ ਦਾ ਸੀ, ਪਿਛਲੇ ਜਨਮ ਦੀ ਬੜੀ ਕਮਾਈ ਲੱਗਦੀ ਸੀ। ਛੋਟੀ ਉਮਰ 'ਚ ਹੀ ਮੈਨੂੰ ਕਹਿੰਦੇ ਸਨ ਆਓ ਸਮਾਧੀ 'ਚ ਬੈਠੀਏ। ਬਸ ਬੈਠ ਗਏ ਔਰ ਜੀਵਨ ਤਿਆਗ ਦਿੱਤਾ, ਜੀਵਨ ਤੋਂ ਪਰੇ ਚਲੇ ਗਏ ਇੱਕ ਐਸੇ ਦੇਸ਼ ਵਿੱਚ ਜਿੱਥੇ ਆਨੰਦ ਹੀ ਆਨੰਦ ਵਸਦਾ ਹੈ। ਇਹੋ ਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਇੰਨੀ ਕਮਾਈ ਕਰ ਲਈ ਕਿ ਜੀਵਨ ਦਾ ਉਹਨਾਂ ਦੇ ਕੋਈ ਅਕਸ ਹੀ ਨਹੀਂ ਹੈ। ਮੇਰੀ ਨਹੀਂ ਹੈ ਇਤਨੀ, ਮੈਂ ਤਾਂ ਕਮਾਈ ਕਰ ਹੀ ਨਹੀਂ ਪਾ ਰਿਹਾ, ਪਰੇਸ਼ਾਨੀਆਂ ਦੇ ਵਿੱਚ ਹੀ ਫਸਿਆ ਰਹਿੰਦਾ ਹਾਂ, ਜੀਵਨ ਨੂੰ ਜਾਣ ਨਹੀਂ ਪਾ ਰਿਹਾ। ਮਹਾਰਾਜ ਕਹਿੰਦੇ ਨੇ ਜਿਹੜੇ ਭਗਤ ਹਨ, ਨਾਨਕ ਭਗਤੀ ਜੇ ਰਪੇ, ਕੂੜੇ ਸੋਏ ਨਾ ਕੋਏ। ਉਹਨਾਂ ਵਿੱਚ ਫਿਰ ਕੂੜ ਦੀ ਕੋਈ ਫਲੇਵਰ ਨਹੀਂ ਆ ਰਿਹਾ, ਝੂਠ ਦਾ ਕੋਈ ਸੁਗੰਧੀ ਝੂਠ ਦੀ ਨਹੀਂ ਹੈ। ਉਹ ਤਾਂ ਨਿਰਾਲਾ ਜੀਵਨ ਹੈ। ਭਗਤਾਂ ਕੀ ਚਾਲ ਨਿਰਾਲੀ, ਉਹਨਾਂ ਦੀ ਨਿਰਾਲੀ ਚਾਲ ਹੈ। ਧਰਤੀ ਵਿੱਚ ਹਨ, ਮਨ ਇੱਕ ਉਡਾਰੀ ਵਿੱਚ ਰਹਿੰਦਾ ਹੈ। ਸਰੀਰ ਤਾਂ ਹੈ ਪਰ ਬੁਦੇ ਹੋਏ ਫਿਰਦੇ ਹਾਂ। ਹਰਨੀਤ ਵੀਰ ਸੰਤ ਅਤਰ ਸਿੰਘ ਜੀ ਦੀ ਲਾਈਫ ਹਿਸਟਰੀ ਸੰਤ ਤੇਜਾ ਸਿੰਘ ਨੇ ਲਿਖੀ ਹੈ। ਉਹ ਕਿਤਾਬ ਪੜ੍ਹਨਾ ਕਿਸੇ ਦਿਨ। ਉਹਦੇ ਵਿੱਚ ਇੱਕ ਅਭਿਆਸ ਦੱਸਦੇ ਹਨ, ਸਵਾਸ ਔਰ ਸ਼ਬਦ ਦਾ, ਵਾਹਿਗੁਰੂ ਸ਼ਬਦ ਦਾ ਅਭਿਆਸ ਸਵਾਸ ਦੇ ਨਾਲ, ਤਾਂ ਕਿ ਮਨ ਨੂੰ ਇਕਾਗਰ ਕਰ ਸਕੀਏ ਅਗਰ ਨਹੀਂ ਹੋ ਪਾ ਰਿਹਾ। ਸਿੱਧ ਗੋਸ਼ਟ ਵਿੱਚ ਵੀ ਗੁਰੂ ਨੇ ਇਸ਼ਾਰਾ ਕੀਤਾ ਹੈ। ਅਸੀਂ ਤਾਂ ਬਹਿਸ ਵਿੱਚ ਇੰਨੀ ਪੈ ਗਏ, ਆਪਸੀ ਲੜਾਈਆਂ ਇੰਨੀਆਂ ਹੋ ਗਈਆਂ, ਅਸਲ ਧਰਮ ਤੋਂ ਦੂਰ ਚਲੇ ਗਏ। ਮੈਂ ਔਰ ਮੇਰੀ, ਤੂੰ ਔਰ ਤੇਰੀ, ਇਹੀ ਰਹਿ ਗਿਆ ਬਸ। ਕੌਨਫਲਿਕਟਸ ਪਿਆਰੇ ਹਨ ਸਾਨੂੰ, ਕਿਉਂਕਿ ਮਨ ਹੀ ਕੌਨਫਲਿਕਟ ਵਿੱਚ ਹੈ। ਨਾਨਕ ਭਗਤੀ ਜੇ ਰਪੇ, ਕੂੜੇ ਸੋਏ ਨਾ ਕੋਏ। ਫਿਰ ਉੱਥੇ ਕੂੜ ਨਹੀਂ ਹੈ, ਉੱਥੇ ਪਰਦਾ ਨਹੀਂ ਹੈ, ਸਤ ਪ੍ਰਤੱਖ ਹੈ। ਮਹਿਲਾ ਪਹਿਲਾ। ਮਹਾਰਾਜ ਕਹਿੰਦੇ ਹਨ, ਲੱਖ ਪਾਪ ਦੋਏ ਰਾਜਾ ਮਹਿਤਾ, ਕੂੜ ਹੋਏ ਸਿਕਦਾਰ। ਇਹ ਹੁਣ ਮਨ ਦੀ ਅਵਸਥਾ ਵੀ ਹੈ ਔਰ ਅੱਜ ਦੀ ਜੀਵਨ ਦੀ ਵੀ ਗੱਲ ਚੱਲਦੀ ਹੈ। ਦੋਨਾਂ ਪੱਖੋਂ ਤੋਂ ਦੇਖ ਸਕਦੇ ਹਾਂ। ਇਸ ਤਰ੍ਹਾਂ ਦੇਖਿਆ ਜਾਏ ਤਾਂ ਬਾਣੀ ਇੱਕ ਐਲੀਗਰੀ ਹੈ। ਕਈ ਪਲੇਨਸ ਵਿੱਚ ਇਹਦੇ ਕਈ ਅਰਥ ਨਿਕਲਦੇ ਹਨ। ਮਹਾਰਾਜ ਕਹਿੰਦੇ ਹਨ, ਲੋਭ ਔਰ ਪਾਪ, ਇਹ ਦੋਨੋਂ ਰਾਜਾ ਔਰ ਮਹਿਤਾ ਹਨ। ਵਜ਼ੀਰ, ਮਿਨਿਸਟਰ, ਮਹਿਤਾ। ਔਰ ਕੂੜ ਹੋਏ ਸਿਕਦਾਰ। ਸਿਕਦਾਰ ਜਿਹੜਾ ਇੱਥੇ ਕੂੜਾ ਹੋਇਆ, ਸਰਦਾਰ ਬਣਦਾ ਹੈ, ਜੋ ਲੀਡਰ ਬਣਦਾ ਹੈ। ਇਹ ਤਿੰਨੋਂ ਮੇਰੇ ਮਨ ਦੇ ਵਿੱਚ ਹਾਵੀ ਹਨ, ਮੇਰੀ ਜੀਵਨ ਵਿੱਚ ਹਾਵੀ ਹਨ। ਉਸ ਨੂੰ ਗ੍ਰਸਤ ਕੀਤਾ ਹੋਇਆ ਹੈ, ਪਕੜਿਆ ਹੋਇਆ ਹੈ। ਔਰ ਫਿਰ ਇਹ ਰਾਏ ਲੈਂਦੇ ਹਨ ਕਿਸ ਤੋਂ? ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਕਾਮਨਾ ਵਾਲਾ ਜੋ ਨੇਬ ਹੈ, ਨੇਬ ਦਾ ਅਰਥ ਬਣਦਾ ਹੈ ਜਿਸ ਨੇ ਨਾਇਕ ਹੈ, ਜੋ ਲੀਡਰ ਹੈ, ਜੋ ਮੰਤਰੀ ਹੈ। ਇਹ ਤਿੰਨੋਂ ਪੁੱਛ ਰਹੇ ਹਨ ਕਿਸ ਨੂੰ? ਕਾਮਨਾ ਨੂੰ ਪੁੱਛ ਰਹੇ ਹਨ। ਦਰਅਸਲ ਲੋਭ ਦਾ ਬੀਜ ਕਿੱਥੇ ਹੈ? ਹਉਮੈ ਵਿੱਚ ਹੈ। ਮੈਨੂੰ ਲੱਗਦਾ ਹੈ ਮੈਂ ਕੁਝ ਲਾਭ ਕਮਾ ਲਵਾਂ, ਪਰ ਮੈਂ ਔਰ ਲਾਭ ਦੋਨੋਂ ਹੀ ਬੇਅਰਥ ਚੀਜ਼ਾਂ ਨੇ। ਮੈਂ ਤਾਂ ਇੱਕ ਸਤ ਨਹੀਂ ਹੈ, ਪਰਮਾਨੈਂਟ ਸਤ ਨਹੀਂ ਹੈ, ਇੱਕ ਐਕਸਪੀਰੀਅੰਸ ਹੈ। ਮੈਂ ਨਾਹੀਂ ਕਿਛ ਹਉ, ਨਾਹੀਂ ਕਿਛ ਆਹੇ ਨਾ ਮੋਰਾ। ਤੁਰੀਆ ਅਵਸਥਾ ਦੀ ਗੱਲ ਚੱਲਦੀ ਹੈ ਇੱਥੇ।
ਬੜੀ ਦੂਰ ਦੀ ਹੈ ਗੱਲ, ਪਰ ਸਮਝਣੀ ਤਾਂ ਚਾਹੀਦੀ ਹੈ। ਇੱਕ ਦਿਨ ਅਸੀਂ ਮੈਂ ਨੂੰ ਛੱਡਾਂਗੇ ਤਾਂ ਆਨੰਦ ਨੂੰ ਪ੍ਰਾਪਤ ਕਰ ਪਾਵਾਂਗੇ। ਪੁਕਾਰਨਾ ਉਸੇ ਨੂੰ ਹੈ। ਕਾਲ ਰਹਿਤ ਜੀਵਨ ਤਾਂ ਹੀ ਮਿਲੇਗਾ ਜਦ ਹਉਮੈ ਤਿਆਗੀ ਜਾਏਗੀ। ਹਉਮੈ ਨੇ ਤੇ ਮਰਨਾ ਹੈ। ਜਿਤਨੀ ਦਿਨ ਅਸੀਂ ਹਉਮੈ ਨੂੰ ਜਕੜ ਕੇ ਪਕੜੇ ਰੱਖਾਂਗੇ ਤਾਂ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਹਉਮੈ ਦੇ ਕਾਰਨ ਅਸੀਂ ਫਿਰ ਜੋ ਨਹੀਂ ਪਾਏ। ਅਸੀਂ ਆਉਂਦੇ ਹੀ ਰਵਾਂਗੇ, ਜਾਂਦੇ ਹੀ ਰਵਾਂਗੇ, ਮੂਵਮੈਂਟ ਵਿੱਚ ਹੀ ਰਵਾਂਗੇ, ਸਹਿਜ ਵਿੱਚ ਨਹੀਂ ਆ ਪਾਵਾਂਗੇ, ਸਟੇਬਲ ਨਹੀਂ ਹੋ ਪਾਵਾਂਗੇ। ਜੀਵਨ ਦਾ ਤੱਤ ਗਿਆਨ ਹੈ ਮਹਾਰਾਜ ਕਹਿੰਦੇ ਹਨ ਇਹ ਸਭ ਕੁਝ ਵਰਤ ਰਿਹਾ ਹੈ, ਹੁਣ ਤੁਸੀਂ ਸਮਝਾਓ ਇੱਥੇ ਕੀ ਅੱਛਾ ਹੋ ਸਕਦਾ ਹੈ। ਕੂੜ ਵਰਤ ਰਿਹਾ ਹੈ, ਪਾਪ ਵਰਤ ਰਿਹਾ ਹੈ, ਔਰ ਲਬ ਔਰ ਲੋਭ ਦੇ ਵਿੱਚ ਗ੍ਰਸਤ ਹੋਏ ਅਸੀਂ ਸਾਰੇ ਬੇਤਾਲੇ ਹੋਏ ਫਿਰਦੇ ਹਾਂ, ਔਰ ਕਾਮਨਾ ਦੇ ਜ਼ਹਿਰ ਵਿੱਚ ਸਾਨੂੰ ਆਨੰਦ ਦੀ ਭਾਲ ਹੈ। ਬੀਜੇ ਬਿਖ ਮੰਗੇ ਅੰਮ੍ਰਿਤ, ਜ਼ਹਿਰ ਬੀਜ ਰਹੇ ਹਾਂ ਅਸੀਂ। ਔਰ ਇਸ ਸਭ ਕੁਝ ਹੁੰਦੇ ਹੋਏ ਗਿਆਨੀ ਦੀ ਵੀ ਗੱਲ ਹੁਣ ਕਰਦੇ ਹਨ, ਔਰ ਅੰਨੀ ਰਿਆਇਤ ਦੀ ਗੱਲ ਵੀ ਕਰਦੇ ਹਨ, ਲੋਕਾਂ ਦੀ ਮੇਰੀ ਗੱਲ ਕਰਦੇ ਹਨ। ਹੁਣ ਇਸ ਸਭ ਵਿੱਚ ਮੈਂ ਵਰਤ ਰਿਹਾ ਹੈ। ਮੈਂ ਦੇ ਵਿੱਚ ਕੀ ਹੈ? ਅੰਨੀ ਰਈਅਤ ਗਿਆਨ ਵਿਹੂਣੀ ਭਾਏ ਪਰੇ ਮੁਰਦਾਰ। ਔਰ ਇਸ ਸਭ ਦੇ ਵਿੱਚ ਜੋ ਰਈਅਤ ਹੈ, ਜੋ ਪਾਪੂਲੇਸ਼ਨ ਹੈ, ਜੋ ਲੋਕ ਨੇ ਜੋ ਇਸ ਸ਼ਹਿਰ ਵਿੱਚ ਵਸ ਰਹੇ ਹਨ, ਉਹ ਅੰਨੇ ਹਨ। ਉਹਨਾਂ ਨੂੰ ਆਪਣੀ ਅਸਲੀਅਤ ਨਹੀਂ ਪਤਾ, ਜੀਵਨ ਦੀ ਅਸਲੀਅਤ ਨਹੀਂ ਪਤਾ। ਗਿਆਨ ਨਹੀਂ ਹੈ, ਕੇਵਲ ਕਿਤਾਬੀ ਗਿਆਨ ਹੈ। ਮਨ ਕੀ ਹੈ ਇਹ ਗਿਆਨ ਨਹੀਂ ਹੈ। ਅੰਨੀ ਰਈਅਤ ਗਿਆਨ ਵਿਹੂਣੀ ਭਾਏ ਪਰੇ ਮੁਰਦਾਰ। ਫਿਰ ਉਹਨਾਂ ਵਿੱਚ ਅੱਗ ਲੱਗੀ ਹੈ, ਮਨ ਦੇ ਵਿੱਚ ਇੱਕ ਕੌਨਫਲਿਕਟ ਦੀ ਅੱਗ ਹੈ, ਹਉਮੈ ਦੀ ਅੱਗ ਹੈ, ਅਤ੍ਰਿਪਤਤਾ ਦੀ, ਇਨਕੰਪਲੀਟਨੈਸ ਦੀ ਅੱਗ ਹੈ। ਤਾਂ ਹੀ ਤਾਂ ਲੋਭ ਲੱਭਦਾ ਹੈ, ਤਾਂ ਹੀ ਤਾਂ ਲੋਭ ਚੰਗਾ ਲੱਗਦਾ ਹੈ, ਕਿਉਂਕਿ ਮਨ ਪੂਰਾ ਨਹੀਂ ਹੈ। ਅੰਨੀ ਰਈਅਤ ਗਿਆਨ ਵਿਹੂਣੀ ਭਾਏ ਪਰੇ ਮੁਰਦਾਰ। ਫਿਰ ਉਹ ਮੁਰਦਾ ਖਾਂਦੇ ਹਨ। ਉਹਨਾਂ ਦੇ ਮਨ ਵਿੱਚ ਅੱਗ ਲੱਗੀ ਹੋਈ ਹੈ, ਔਰ ਉਸ ਵਿੱਚ ਜੋ ਕੁਝ ਉਹਨਾਂ ਨੂੰ ਲੱਭਦਾ ਹੈ ਜੀਵਨ ਵਿੱਚ, ਉਸੇ ਨੂੰ ਖਾਂਦੇ ਰਹਿੰਦੇ ਹਨ। ਦੂਸਰੇ ਦਾ ਹੱਕ ਖਾਣਾ, ਝੂਠ ਬੋਲਣਾ, ਇਹ ਸਭ ਮਨ ਦੇ ਅਧੂਰੇਪਨ ਦੇ ਰੋਗਾਂ 'ਚੋਂ ਉਤਪੰਨ ਹੁੰਦਾ ਹੈ। ਇੱਕ ਬੇਤਾਲਾ ਹੋਇਆ, ਪੂਤਨਾ ਹੋਇਆ ਇਨਸਾਨ ਫਿਰਦਾ ਹੈ। ਗੁਰੂ ਦੱਸ ਰਹੇ ਹਨ ਮੇਰੇ ਮਨ ਦੇ ਹਾਲਾਤ। ਇਸ ਸਭ ਦੇ ਵਿੱਚ ਮਹਾਰਾਜ ਕਹਿੰਦੇ ਨੇ ਜਿਸ ਨੂੰ ਅਸੀਂ ਗਿਆਨੀ ਕਹਿੰਦੇ ਹਾਂ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ। ਫਿਰ ਇਹਦੇ ਵਿੱਚ ਗਿਆਨੀ ਹੈ ਜੋ ਆਪਣੇ ਆਪ ਨੂੰ ਗਿਆਨੀ ਕਹਿੰਦਾ ਹੈ, ਉਹ ਵੀ ਨੱਚਦਾ ਹੈ, ਜ਼ੋਰ ਦੇ ਵਾਜੇ ਵਜਾਉਂਦਾ ਹੈ। ਇਹੀ ਤਾਂ ਹੋ ਰਿਹਾ ਹੈ। ਦੇਖੋ, ਗੁਰੂ ਦੇ ਇੱਕ ਦਰਦਨਾਕ ਇਵੈਂਟ ਦੀ ਗੱਲ ਅਸੀਂ ਅਗਰ ਕਰੀਏ ਤਾਂ ਅਧੂਰੇ ਮਨ ਨਾਲ ਕਰਨੀ ਬਣਦੀ ਨਹੀਂ ਹੈ। ਉਸ ਹਾਲਾਤ ਦੀ ਗੱਲ ਨਹੀਂ ਕਰ ਸਕਦੇ, ਪਰ ਅਸੀਂ ਚੀਕਾਂ ਮਾਰ ਕੇ ਉਹ ਗੱਲਾਂ ਕਰਦੇ ਹਾਂ ਅਧੂਰੇ ਮਨ ਨਾਲ। ਕ੍ਰਿਸਚੈਨਿਟੀ ਵਿੱਚ ਇੱਕ ਲਾਈਨ ਆਉਂਦੀ ਹੈ, ਡੂ ਨਾਟ ਟੇਕ ਦ ਲਾਰਡਸ ਨੇਮ ਇਨ ਵੇਨ। ਇਹੀ ਅਸੀਂ ਕਰਦੇ ਹਾਂ, ਕਿਉਂਕਿ ਮਨ ਹੀ ਅਧੂਰਾ ਹੈ। ਕੀ ਕਰੇਗਾ? ਇਹੋ ਜਿਹੀ ਅਵਸਥਾ ਦੀ ਗੱਲ ਕਰਕੇ ਰੋਏਗਾ ਇਨਸਾਨ, ਗਹਿਨ ਵਿਰਲਾਪ ਵਿੱਚ ਆ ਜਾਏਗਾ। ਪਰ ਅਸੀਂ ਨਹੀਂ ਆਉਂਦੇ ਹਾਂ, ਅਸੀਂ ਬੜਾ ਹਲਕਾ ਕਰਕੇ ਉਸ ਗੱਲ ਨੂੰ ਚਲਾਉਂਦੇ ਹਾਂ, ਕਿਉਂਕਿ ਅਸੀਂ ਆਪਣੇ ਆਪ ਨੂੰ ਗਿਆਨੀ ਕਹਾਣਾ ਹੈ, ਅਤੇ ਅਸੀਂ ਉਸ ਨੂੰ ਇਨਕੈਸ਼ ਕਰਦੇ ਹਾਂ। ਹੋ ਇਹੀ ਰਿਹਾ ਹੈ। ਕਥਾਕਾਰ ਬਣ ਜਾਂਦੇ ਹਾਂ, ਫਿਰ ਸੁਣਨ ਵਾਲੇ ਵੀ ਬੇਤਾਲੇ, ਬੋਲਣ ਵਾਲੇ ਵੀ ਬੇਤਾਲੇ, ਜੁੜਿਆ ਕੋਈ ਵੀ ਨਹੀਂ ਹੈ। ਮਹਾਰਾਜ ਕਹਿੰਦੇ ਨੇ ਗਿਆਨੀ ਨੱਚਦਾ ਹੈ, ਵਾਜੇ ਵਜਾਉਂਦਾ ਹੈ ਜ਼ੋਰ ਦੀ। ਇਹ ਜ਼ੋਰ ਦੀ ਵਜਾਣਾ ਇੱਕ ਨਿਸ਼ਾਨੀ ਹੈ ਕਿ ਉਸ ਨੂੰ ਸਤ ਨਹੀਂ ਪਤਾ ਕੀ ਹੈ। ਉੱਚੇ ਕੁੱਕਹਿ ਵਾਧਾ ਗਾਵੇ ਜੋਧਾਂ ਕਾ ਵਿਚਾਰ। ਜ਼ੋਰ ਦੀ ਕੂਕਾਂ ਮਾਰਦਾ ਹੈ, ਆਵਾਜ਼ਾਂ ਕਰਦਾ ਹੈ, ਯੋਧਿਆਂ ਦੀ ਗੱਲ ਸੁਣਾਉਂਦਾ ਹੈ। ਸਾਨੂੰ ਵੀ ਲੱਗਦਾ ਕਿ ਅੱਛੀ ਗੱਲ ਕਰਦਾ ਪਿਆ ਹੈ, ਪਰ ਉਹ ਤਤ ਗਿਆਨ ਤੋਂ ਪਰੇ ਹੈ ਸਭ ਕੁਝ।
ਇੱਕ ਨਾਟਕ ਜਿਹਾ ਹੋ ਰਿਹਾ ਹੈ। ਧਰਮ ਨੂੰ ਇੱਕ ਨਾਟਕ ਹੀ ਬਣਾ ਦਿੱਤਾ। ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਅਸੀਂ ਆਪਣਾ ਹੀ ਬੇਵਕੂਫ ਬਣਾਈ ਜਾਂਦੇ ਹਾਂ, ਔਰ ਉਹਦਾ ਰਿਜ਼ਲਟ ਕੀ ਹੈ ਕਿ ਜਿਵੇਂ ਰੇਤ ਹੱਥੋਂ ਨਿਕਲ ਜਾਂਦੀ ਹੈ, ਇਵੇਂ ਜੀਵਨ ਨਿਕਲ ਜਾਂਦਾ ਹੈ। ਹੱਥ ਵਿੱਚ ਇੱਕ ਬਹੁਤ ਵੱਡਾ ਫੇਲੀਅਰ ਆ ਜਾਂਦਾ ਹੈ, ਜਿਸ ਤੋਂ ਫਿਰ ਨਿਰਾਸ਼ਤਾ ਹੀ ਨਿਰਾਸ਼ਤਾ ਦਿਖਦੀ ਹੈ, ਹਨੇਰਾ ਹੀ ਦਿਖਦਾ ਹੈ, ਕੋਈ ਰਾਹ ਨਹੀਂ ਲੱਭਦਾ ਹੈ। ਜੀਵਨ ਦਾ ਬਹਾਵ ਜਦ ਝੂਠ ਵੱਲ ਹੋਏਗਾ ਤਾਂ ਰੇਗਿਸਤਾਨ ਦੀ ਰਾਇਤ ਹੀ ਹੱਥ ਆਏਗੀ, ਹੋਰ ਕੁਛ ਨਹੀਂ ਆਏਗਾ। ਪ੍ਰੋਡਕਟਿਵ ਨਹੀਂ ਲੱਭੇਗਾ ਕੁਛ ਵੀ। ਇਹੀ ਸਾਡਾ ਹਾਲ ਹੈ। ਮਹਾਰਾਜ ਕਹਿੰਦੇ ਹਨ ਕਿ ਉੱਚੇ ਕੂਕਹਿ ਵਾਦਾ ਵਾਜੇ, ਵਾਦਾ ਗਾਵੇ ਜੋਧਾਂ ਕਾ ਵਿਚਾਰ। ਮੂਰਖ ਪੰਡਤ ਹਿਕਮਤ ਹੁਜਤ, ਸੰਜੇ ਕਰਹਿ ਪਿਆਰ। ਪੰਡਤ ਕਹਾਂਦਾ ਹੈ ਆਪਣੇ ਨੂੰ, ਗਿਆਨੀ ਕਹਾਂਦਾ ਹੈ, ਮੂਰਖ ਹੈ, ਗਿਆਨ ਨਹੀਂ ਹੈ। ਆਪਣੀ ਸਿਆਣਪ ਔਰ ਬਹਿਸ ਦੇ ਜ਼ਰੀਏ ਪੈਸਾ ਇਕੱਠਾ ਕਰਦਾ ਹੈ, ਲੋਕਾਂ ਤੋਂ ਪੈਸਾ ਵਸੂਲਦਾ ਹੈ। ਸੰਜੇ ਕਰਹਿ ਪਿਆਰ। ਗੱਲ ਇਹ ਚੱਲ ਰਹੀ ਹੈ ਕਿ ਜੋ ਲੋਕ ਆਪਣੇ ਆਪ ਨੂੰ ਗਿਆਨੀ ਔਰ ਧਰਮੀ ਕਹਿੰਦੇ ਹਨ, ਉਹ ਵੀ ਸਾਡਾ ਔਰ ਆਪਣਾ ਦੋਨਾਂ ਦਾ ਬੇਵਕੂਫ ਬਣਾ ਰਹੇ ਹਨ, ਔਰ ਅਸੀਂ ਵੀ ਬਣ ਰਹੇ ਹਾਂ। ਇਹਦਾ ਸਾਰਾ ਬੀਜ ਕਿੱਥੇ ਹੈ? ਇਹਦਾ ਬੀਜ ਹੈ ਮੇਰੇ ਲੋਭ ਦੇ ਵਿੱਚ, ਔਰ ਉਸ ਲੋਭ ਦਾ ਬੀਜ ਕਿੱਥੇ ਹੈ ਕਿ ਮੇਰਾ ਮਨ ਇਕਾਗਰ ਨਹੀਂ ਹੈ, ਮੇਰਾ ਮਨ ਸ਼ਾਂਤ ਨਹੀਂ ਹੈ, ਮੇਰਾ ਮਨ ਦੁਫਾੜ ਹੈ। ਇੱਥੋਂ ਰੋਗ ਸ਼ੁਰੂ ਹੁੰਦਾ ਹੈ। ਅਧੂਰੇਪਨ ਵਿੱਚ ਬੇਤਾਲਾ ਭਟਕਦਾ ਹੈ, ਫਿਰ ਲੱਭਦਾ ਹੈ ਕਿੱਥੇ ਇਹਦਾ ਹੱਲ ਹੈ, ਔਰ ਗਲਤ ਜਗ੍ਹਾ 'ਤੇ ਰਾਹ ਲੱਭਦਾ ਹੈ। ਜਿੱਥੇ ਜ਼ੋਰ ਦੀ ਆਵਾਜ਼ ਆਉਂਦੀ ਹੈ ਉੱਥੇ ਲੱਗਦਾ ਹੈ ਉਹਦੇ ਕੋਲ ਹੱਲ ਹੈ। ਜੋ ਜ਼ਿਆਦਾ ਉੱਚਾ ਗਾ ਰਿਹਾ ਹੈ, ਜੋ ਨੱਚ ਰਿਹਾ ਹੈ, ਜਿੱਥੇ ਮੂਵਮੈਂਟ ਹੈ, ਉਸੇ ਨੂੰ ਅਸੀਂ ਸਮਝਦੇ ਹਾਂ ਕਿ ਇਹ ਗਿਆਨੀ ਹੈ। ਮਹਾਰਾਜ ਕਹਿੰਦੇ ਨੇ ਪੰਡਤ ਵੀ ਸਾਡਾ ਮੂਰਖ ਹੀ ਬਣਾ ਰਿਹਾ ਹੈ, ਆਪਣਾ ਵੀ ਔਰ ਸਾਡਾ ਵੀ। ਧਰਮੀ ਧਰਮ ਕਰਹਿ ਗਵਾਵੇ, ਮੰਗੇ ਮੋਖ ਦੁਆਰ। ਇਹਨਾਂ 'ਚੋਂ ਕੁਝ ਉਹ ਵੀ ਲੋਕ ਨੇ ਜਿਹੜੇ ਆਪਣੇ ਨੂੰ ਧਰਮੀ ਕਹਾਉਂਦੇ ਹਨ, ਉਹ ਵੀ ਮੰਗ ਹੀ ਰਹੇ ਹਨ, ਮੰਗਤੇ ਹੀ ਹਨ। ਦਰਅਸਲ ਮੋਖ ਦੁਆਰ ਉਹ ਮੰਗੇਗਾ ਜਿਹੜਾ ਅਧੂਰਾ ਹੈ, ਸ਼ਾਂਤ ਨਹੀਂ ਹੈ, ਇਨਕੰਪਲੀਟ ਹੈ। ਉਹ ਵੀ ਇੱਕ ਵਪਾਰ 'ਚ ਹੀ ਲੱਗਿਆ ਹੈ, ਮੰਗਣ 'ਚ ਹੀ ਲੱਗਿਆ ਹੈ, ਆਪਣੇ ਮਨ ਨੂੰ ਨਹੀਂ ਤਿਆਗਣਾ ਚਾਹੁੰਦਾ। ਜੀਵਨ ਤਾਂ ਮਨ ਦੇ ਤਿਆਗਣ ਤੋਂ ਸ਼ੁਰੂ ਹੁੰਦਾ ਹੈ। ਕੂੜ ਤਾਂ ਕੂੜ ਨੂੰ ਛੱਡ ਕੇ ਹੀ ਕੂੜ ਦੇ ਪਾਰ ਨੂੰ ਜਾਇਆ ਜਾ ਸਕੇਗਾ। ਕੂੜ ਨੂੰ ਪਕੜ ਕੇ ਸਤ ਦੇ ਦਰਸ਼ਨ ਨਹੀਂ ਹੋ ਪਾਣਗੇ। ਪਰ ਜੋ ਧਰਮੀ ਕਹਾ ਰਿਹਾ ਹੈ, ਉਹ ਕੂੜ ਨੂੰ ਪਕੜ ਕੇ ਇਹ ਕਹਿ ਰਿਹਾ ਹੈ ਕਿ ਮੈਨੂੰ ਗਿਆਨ ਦੇ ਦਿਓ, ਮੁਕਤੀ ਦੇ ਦਿਓ। ਝੂਠ ਦੀ ਆਇਡੈਂਟੀਟੀ ਵਿੱਚ ਕਾਹਦੀ ਮੁਕਤੀ ਹੈ ਮਹਾਰਾਜ? ਇੱਥੇ ਸਭ ਕੁਝ ਜਾਣ ਵਾਲਾ ਹੈ, ਇੱਥੇ ਕੁਝ ਵੀ ਸੱਚ ਨਹੀਂ ਹੈ। ਗੁਰੂ ਕਹਿੰਦਾ ਹੈ ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਬਹੇ ਘਰ ਬਾਰ। ਫਿਰ ਇਹ ਵੀ ਲੋਕ ਹਨ ਜਿਹੜੇ ਆਪਣੇ ਆਪ ਨੂੰ ਜਤੀ ਕਹਾਉਂਦੇ ਹਨ, ਤਪਸਵੀ ਕਹਿਲਾਉਂਦੇ ਹਨ, ਤਿਆਗੀ ਕਹਿਲਾਉਂਦੇ ਹਨ ਕਿ ਅਸੀਂ ਝੂਠ ਨੂੰ ਤਿਆਗ ਗਏ ਹਨ। ਪਰ ਘਰ ਬਾਰ ਨੂੰ ਤਿਆਗਣਾ, ਝੂਠ ਨੂੰ ਤਿਆਗਣਾ ਦੋਨੋਂ ਅਲੱਗ ਗੱਲਾਂ ਹਨ। ਜੁਗਤੀ ਨਹੀਂ ਹੈ ਉਹਦੇ ਕੋਲ। ਜੈਸੇ ਜਲ ਮੇਂ ਕਮਲ ਨਿਰਾਲਮ, ਮੁਰਗਾਈ ਨਹਿਸਾਣੇ, ਸੁਰਤ ਸ਼ਬਦ ਭਵਸਾਗਰ ਤਰੀਏ, ਨਾਨਕ ਨਾਮ ਵਖਾਣੇ। ਹਜੂਰ ਕਹਿੰਦੇ ਹਨ ਕਿ ਜੀਵਨ ਵਿੱਚ ਜੀਂਦੇ ਹੋਏ ਜੀਵਨ ਦੇ ਤਿਆਗ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਇਹ ਇੱਕ ਜੁਗਤੀ ਹੈ। ਬਜ਼ੁਰਗ ਇੱਕ ਬੜੀ ਅੱਛੀ ਲਾਈਨ ਮੈਨੂੰ ਦੱਸਦੇ ਸਨ, ਕਹਿੰਦੇ ਸਨ, ਸੰਤ ਅਤਰ ਸਿੰਘ ਕਹਿੰਦੇ ਸਨ, ਜੁਗਤੀ ਨਾਲ ਮੁਕਤੀ। ਜਪਜੀ ਸਾਹਿਬ ਵਿੱਚ 2-3 ਜਗ੍ਹਾ ਜੁਗਤੀ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ। ਮੁੰਦਾ ਸੰਤੋਖ ਦੀ ਪੌੜੀ ਵਿੱਚ ਕੀਤੀ ਹੈ, ਜ਼ੋਰ ਦੀ ਪੌੜੀ ਵਿੱਚ ਵੀ ਕੀਤੀ ਹੈ ਕਿ ਇਹ ਜ਼ੋਰ ਦੀ ਗੱਲ ਨਹੀਂ ਹੈ, ਜੁਗਤੀ ਦੀ ਗੱਲ ਹੈ। ਮਨ ਨੂੰ ਤਿਆਗਣਾ ਇੱਕ ਜੁਗਤੀ ਹੈ, ਗੁਰੂ ਨਾਲ ਜੁੜਨ ਦੀ। ਉਹ ਜੁਗਤੀ ਕਿੱਥੇ ਹੈ? ਗਾਵੀਏ ਸੁਣੀਏ ਮਨ ਰੱਖੀਏ ਪਾਓ, ਇਹ ਜੁਗਤੀ ਹੈ, ਮੈਥਡ ਹੈ। ਕੀ ਮੈਂ ਗਾ ਪਾ ਰਿਹਾ ਹਾਂ? ਕੀ ਮੈਂ ਸੁਣ ਪਾ ਰਿਹਾ ਹਾਂ ਬਾਣੀ ਨੂੰ? ਮਨ ਨੂੰ ਇਕਾਗਰ ਕਰ ਪਾ ਰਿਹਾ ਹਾਂ ਪ੍ਰੇਮ ਵਿੱਚ? ਇਹ ਜੁਗਤੀ ਹੈ। ਹਜੂਰ ਤਾਂ ਇੱਕ ਇਹੋ ਜਿਹੀ ਅਵਸਥਾ ਵੱਲ ਸਾਨੂੰ ਪ੍ਰੇਰਦੇ ਹਨ ਜਿੱਥੇ ਅਸੀਂ ਬੈਠੀਏ ਔਰ ਦੁਨੀਆ ਨੂੰ ਛੱਡ ਦਈਏ।
ਮਨ ਇਕਾਗਰ ਹੋ ਜੇ, ਇੱਕ ਨਵੇਂ ਦੇਸ਼ ਵੱਲ ਚਲੇ ਜਾਈਏ। ਮੂੰਦ ਲੀਏ ਦਰਵਾਜ਼ੇ, ਬਾਜ ਯਲੇ ਅਨਹਦ ਬਾਜੇ। ਮਨ ਦੇ ਵਿੱਚ ਇੱਕ ਬਾਜੇ ਵੱਜ ਰਹੇ ਹਨ, ਇੱਕ ਸੈਲੀਬ੍ਰੇਸ਼ਨ ਚੱਲ ਰਹੀ ਹੈ। ਹਜ਼ੂਰ ਕਹਿੰਦੇ ਮਨ ਬੈਠ ਗਿਆ, ਦਰਵਾਜ਼ੇ ਬੰਦ ਕੀਤੇ ਔਰ ਆਨੰਦ ਦੀ ਖੇਡ ਵਿੱਚ ਚਲਾ ਗਿਆ। ਇਹ ਹੈ ਗੱਲ। ਧੰਨ ਉਹ ਲੋਕ ਹਨ ਜਿਹੜੇ ਇਹ ਕਮਾ ਸਕਦੇ ਹਨ। ਮੇਰੇ ਤੋਂ ਕਮਾਈ ਨਹੀਂ ਹੋ ਪਾਉਂਦੀ ਮਹਾਰਾਜ, ਮੈਂ ਤਾਂ ਕੂੜ ਰਾਜਾ ਵਾਲੀ ਗੱਲ 'ਤੇ ਹੀ ਚੱਲ ਰਿਹਾ। ਮਹਾਰਾਜ ਫਿਰ ਕਹਿੰਦੇ ਹਨ ਕਿ ਇਹਨਾਂ ਨੂੰ ਜੁਗਤੀ ਨਹੀਂ ਹੈ, ਇਹਨਾਂ ਨੂੰ ਗਿਆਨ ਨਹੀਂ ਹੈ ਜੀਵਨ ਕੀ ਹੈ। ਪਰ ਨਾ ਜਾਣਦੇ ਹੋਏ ਵੀ ਹਰ ਜਣਾ ਆਪਣੇ ਆਪ ਨੂੰ ਪੂਰਾ ਜਾਣਦਾ ਹੈ। ਇਹੀ ਹਾਲਾਤ ਹਨ ਆਲੇ ਦੁਆਲੇ। ਦੇਖੋ ਜ਼ਰਾ, ਜੀਵਨ ਨੂੰ ਦੇਖੋ ਜ਼ਰਾ ਤਰੀਕੇ ਨਾਲ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਆਪਣੇ ਆਪ ਨੂੰ ਕੋਈ ਘੱਟ ਨਹੀਂ ਕਹਿੰਦਾ, ਸਾਰੇ ਕਹਿੰਦੇ ਹਨ ਅਸੀਂ ਪੂਰੇ ਹਾਂ, ਸਾਨੂੰ ਗਿਆਨ ਹੈ। ਸਵਾਲ ਜਵਾਬ ਦੋਏ ਕਰੇ। ਸਵਾਲ ਪੁੱਛਦੇ ਹਨ, ਨਾਲ ਆਪ ਹੀ ਜਵਾਬ ਵੀ ਦੇ ਦਿੰਦੇ ਹਨ। ਉਹਨਾਂ ਨੂੰ ਸਭ ਕੁਝ ਗਿਆਨ ਹੈ। ਮਹਾਰਾਜ ਕਹਿੰਦੇ ਨੇ ਇਹੀ ਹਾਲਾਤ ਹਨ ਸਾਡੇ ਆਲੇ ਦੁਆਲੇ। ਪਰ ਗੁਰੂ ਕੀ ਕਹਿ ਰਿਹਾ ਹੈ? ਪਤ ਪਰਵਾਣਾ ਪਿੱਛੇ ਪਾਈਏ, ਤਾਂ ਨਾਨਕ ਤੋਲਿਆ ਜਾਪੇ। ਗੁਰੂ ਕਹਿ ਰਹੇ ਹਨ ਕਿ ਇੱਕ ਸਮਾਂ ਆਏਗਾ ਜਦੋਂ ਤੋਲਿਆ ਜਾਏਗਾ ਕਿ ਇਹ ਜਾਣਦਾ ਹੈ ਕਿ ਨਹੀਂ ਜਾਣਦਾ। ਪਤ ਪਰਵਾਣਾ ਪਿੱਛੇ ਪਾਈਏ। ਜਦੋਂ ਨਿਕਲ ਜਾਏਗਾ ਸਮਾਂ, ਜੀਵਨ ਖਤਮ ਹੋ ਜਾਏਗਾ ਪਿੱਛੇ, ਤਾਂ ਤੋਲਿਆ ਜਾਏਗਾ, ਪਰਵਾਣਾ ਤੋਲਿਆ ਜਾਏਗਾ ਕਿ ਇਹਨੇ ਇੱਜ਼ਤ ਬਚਾਈ ਆਪਣੀ ਕਿ ਨਹੀਂ। ਤਾਂ ਨਾਨਕ ਤੋਲਿਆ ਜਾਪੇ। ਗੁਰੂ ਇੱਕ ਐਬਸੋਲੂਟ ਗੱਲ ਦੀ ਗੱਲ ਕਰਦੇ ਹਨ। ਜਦੋਂ ਮਨ ਇੰਦਰੀਆਂ ਤੋਂ ਟੁੱਟ ਗਿਆ, ਸਰੀਰ ਤੋਂ ਟੁੱਟ ਗਿਆ, ਹੁਣ ਮਨ ਦੀ ਅਸਲੀਅਤ ਕੀ ਹੈ ਇਹ ਤੋਲਿਆ ਜਾਏਗਾ। ਇਸ ਤੋਂ ਕੋਈ ਵੀ escape ਨਹੀਂ ਕਰ ਪਾਏਗਾ ਸਾਡੇ 'ਚੋਂ। ਭਾਵੇਂ ਅਸੀਂ ਜਿੰਨਾ ਵੀ ਉੱਚਾ ਗਿਆਨ ਦੀਆਂ ਗੱਲਾਂ ਕਰੀਏ, ਆਪਣੇ ਆਪ ਨੂੰ ਗਿਆਨੀ ਕਹਾਈਏ, ਜੀਵਨ ਵਿੱਚ ਧੋਖਾ ਦੇ ਸਕਦੇ ਹਾਂ। ਉਹ ਦੇ ਹੀ ਰਹੇ ਹਨ ਲੋਕ। ਮੈਂ ਆਪਣੇ ਆਪ ਨੂੰ ਵੀ ਦੇ ਰਿਹਾ ਹਾਂ, ਦੁਨੀਆ ਨੂੰ ਵੀ ਧੋਖਾ ਦੇ ਰਿਹਾ ਹਾਂ। ਪਰ ਗੁਰੂ ਕਹਿੰਦਾ ਹੈ ਕਿ ਇਹ ਇੱਕ ਸਮਾਂ ਆਏਗਾ ਜਦੋਂ ਤੋਲਿਆ ਜਾਏਗਾ ਸਾਰਾ। ਪਤ ਪਰਵਾਣਾ ਪਿੱਛੇ ਪਾਈਏ, ਤਾਂ ਨਾਨਕ ਤੋਲਿਆ ਜਾਪੇ। ਤਾਂ ਤੋਲਿਆ ਜਾਏਗਾ ਕਿ ਇਹਨੂੰ ਗਿਆਨ ਹੈ ਕਿ ਨਹੀਂ ਹੈ। ਸਰੀਰ ਦੇ ਬਿਨਾਂ ਇਹਦੇ ਮਨ ਦੇ ਕੀ ਹਾਲਾਤ ਹਨ। ਮਹਿਲਾ ਪਹਿਲਾ। ਵਧੀ ਸੋ ਵਜਕ ਨਾਨਕਾ, ਸੱਚਾ ਵੇਖੇ ਸੋਏ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਜੋ ਕੁਝ ਬਣਿਆ ਹੈ, ਜੋ ਉਹਦੀ ਵਧੀ ਹੈ, ਜੋ ਉਹਦਾ ਹੁਕਮ ਹੈ, ਉਹੀ ਵਰਤ ਰਿਹਾ ਹੈ, ਉਹੀ ਵਰਤੇਗਾ। ਅਸੀਂ ਜਿਸ ਨੂੰ ਸਕਸੈਸ ਔਰ ਫੇਲੀਅਰ ਗਿਣ ਰਹੇ ਹਾਂ, ਉਹ ਕੁਝ ਛਿਣਾਂ ਦੀ ਹੀ ਗੱਲ ਹੈ, ਕੁਝ ਘੰਟਿਆਂ ਦੀ ਗੱਲ, ਕੁਝ ਥੋੜ੍ਹੇ ਸਮੇਂ ਦੀ ਗੱਲ। ਉਹਦੇ ਵਿੱਚ ਕੁਝ ਸੱਤ ਨਹੀਂ ਹੈ। ਵਰਤ ਤਾਂ ਉਹਦਾ ਹੁਕਮ ਰਿਹਾ ਹੈ, ਔਰ ਉਸ ਹੁਕਮ ਨੂੰ ਅਸੀਂ ਨਹੀਂ ਜਾਣਿਆ ਤਾਂ ਸਾਨੂੰ ਨਹੀਂ ਸਮਝ ਆਏਗਾ ਕੀ ਹੈ। ਅਸੀਂ ਛਾਲਾਂ ਮਾਰ ਸਕਦੇ ਹਾਂ ਕਿ ਸਾਨੂੰ ਗਿਆਨ ਹੈ, ਪਰ ਜੋ ਕਰਤਾ ਕਰ ਰਿਹਾ ਹੈ ਉਹੀ ਹੋਏਗਾ। ਇਹ ਸਾਰਾ ਜੀਵਨ ਉਹਦੇ ਹੁਕਮ 'ਚ ਚੱਲ ਰਿਹਾ ਹੈ। ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਮਹਾਰਾਜ ਕਹਿੰਦੇ ਹਨ ਜੀਵਨ ਦੀ ਸਰੀਰ 'ਤੇ ਛੱਡਣ ਤੋਂ ਬਾਅਦ ਅੱਗੇ ਜਾਤ ਨਾ ਜ਼ੋਰ ਹੈ। ਅੱਗੇ ਨਾ ਤਾਂ ਕੋਈ ਜਾਤ ਪੁੱਛੇਗਾ, ਜਾਂ ਇਹ ਵੀ ਸਮਝ ਲਈਏ ਕੋਈ ਇਹ ਨਹੀਂ ਪੁੱਛੇਗਾ ਕਿਤਨੇ ਪੈਸੇ ਕਮਾਏ ਸਨ, ਕਿਤਨਾ ਇਨਫਲੂਐਂਸ਼ੀਅਲ ਸੀ, ਕਿਤਨਾ ਪਾਵਰਫੁਲ ਸੀ, ਕੋਈ ਨਹੀਂ ਪੁੱਛੇਗਾ। ਅੱਗੇ ਜਾਤ ਨਾ ਜ਼ੋਰ ਹੈ, ਨਾ ਜ਼ੋਰ ਚੱਲੇਗਾ ਸਾਡਾ। ਅੱਗੇ ਜਿਉ ਨਵੇਂ। ਉਹ ਜਿਹੜੇ ਹੁਣ ਐਕਸਪੀਰੀਐਂਸਿਸ ਅੱਗੇ ਆਉਣਗੇ ਉਹ ਨਵੇਂ ਹਨ। ਉੱਥੇ ਸਾਡੀ ਕੋਈ ਅਵੇਅਰਨੈਸ ਨਹੀਂ ਹੈ ਉਹਨਾਂ ਬਾਰੇ, ਔਰ ਉੱਥੇ ਸਾਡੀ ਕੋਈ ਸੇ ਨਹੀਂ ਚੱਲੇਗੀ, ਕੋਈ ਸੁਣੇਗਾ ਨਹੀਂ ਸਾਡੀ, ਕਿਉਂਕਿ ਅਸੀਂ ਉਸ ਰੈਲਮ ਵਿੱਚ ਆਪਣੇ ਮਨ ਨੂੰ ਡੁਬੋਇਆ ਹੀ ਨਹੀਂ ਹੈ। ਪੌੜੀ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਤੇ ਆਇਆ। ਮਹਾਰਾਜ ਹੁਣ ਇੱਕ ਅਰਦਾਸ ਵਿੱਚ ਲੱਗਦਾ ਹੈ ਜੁੜ ਗਏ ਹਨ। ਜਿਨ੍ਹਾਂ ਨੇ ਤੁਰ ਕਰਮ, ਕਿਰਪਾ, ਨਦਰ ਨਿਰੰਕਾਰ ਦੀ ਹੁੰਦੀ ਹੈ, ਉਸੇ ਨੂੰ ਫਿਰ ਖਸਮ ਨੂੰ ਧਿਆਨ ਦੀ ਕਿਰਪਾ ਹੁੰਦੀ ਹੈ। ਗੁਰੂ ਕਹਿੰਦੇ ਹਨ ਕਿ ਮੇਰੇ ਕਰਨ ਨਾਲ, ਮੇਰੇ ਚਾਹਣ ਨਾਲ
ਸਾਡੇ ਚਾਣ ਨਾਲ, ਸਾਡੇ ਹੰਕਾਰ ਨਾਲ ਇਹ ਸਭ ਕੁਝ ਨਹੀਂ ਹੋਏਗਾ। ਇਹ ਕੇਵਲ ਤੇਰਾ ਕਰਮ ਹੈ, ਤੇਰੀ ਨਦਰ ਹੈ, ਤੇਰੀ ਬਖਸ਼ਿਸ਼ ਹੈ, तेरा प्रेम है। तुर करम जिन्हां को तुद पाया, जिन्हां दा प्रेम, तेरा प्रेम जिन्हां ने पा लिया, नदर पा लई। हंडेसरे एक संत हुंदे सी, उन्हां नूं कहंदे सी किरपा, कहंदे कर ते पा नाम जपत, जन नानक को गुर अहमद दीनी, जप हर भवजल तरना। ਨਾਮ ਦੇ ਵਿੱਚ ਸੁਰਤ ਨੂੰ ਲੀਨ ਕਰੀਏ, ਇਕਾਗਰ ਮਨ ਨੂੰ ਬਾਣੀ ਵਿੱਚ ਲਗਾਈਏ। ਇਹ ਕਰਮ ਪਾਣ ਦੀ ਵਿਧੀ ਹੈ, ਜੁਗਤੀ ਹੈ। ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਤੁਧ ਵੇਖੀ ਜਗਤ ਉਪਾਇਆ। ਮਹਾਰਾਜ ਕਹਿੰਦੇ ਨੇ ਇਹ ਜਨਤਾ ਦੇ ਵਸ ਕੀ ਹੈ, ਇਹਨਾਂ ਦੇ ਵਸ ਕੁਛ ਨਹੀਂ। ਇੱਕ ਗੇਮ ਆਉਂਦੀ ਹੈ ਵੈਸਟ ਵਿੱਚ, ਡੋਮੀਨੋ, ਇੱਕ ਦੇ ਬਾਅਦ ਦੂਜਾ ਦਾ ਇੱਕ ਸਿਰਾ ਚੱਲਦਾ ਰਹਿੰਦਾ ਹੈ। ਇੱਕ ਨੂੰ ਛੂਹੋ ਸਾਰਾ ਕੁਝ ਗਿਰ ਜਾਂਦਾ ਹੈ। ਮੈਨੂੰ ਲੱਗਦਾ ਜੀਵਨ ਵੀ ਕੁਝ ਇਸੇ ਤਰ੍ਹਾਂ ਦਾ ਹੈ। ਸਾਨੂੰ ਲੱਗਦਾ ਸਾਡਾ ਕੰਟਰੋਲ ਹੈ ਜੀਵਨ ਵਿੱਚ, ਪਰ ਜੀਵਨ ਵਿੱਚ ਇੱਕ ਡੋਮੀਨੋ ਇਫੈਕਟ ਹੈ। ਇੱਕ ਤੋਂ ਦੂਸਰੀ ਚੀਜ਼ ਲਿੰਕਡ ਹੈ। ਸਾਡਾ ਕੰਟਰੋਲ ਬਹੁਤਾ ਥੋੜ੍ਹਾ ਹੈ। ਲੱਗਦਾ ਹੈ ਕਿ ਅਸੀਂ ਕੰਟਰੋਲ ਕਰ ਰਹੇ ਹਾਂ, ਤਾਂ ਫਿਰ ਦੋਸ਼ ਵੀ ਅਸੀਂ ਆਪਣੇ ਆਪ ਨੂੰ ਦਿੰਦੇ ਹਾਂ। ਉਹਦੇ ਕਰਮ ਨੂੰ, ਉਹਦੇ ਹੁਕਮ ਨੂੰ, ਮਾਲਿਕ ਦੀ ਰਜ਼ਾ ਨੂੰ ਨਹੀਂ ਜਾਣਦੇ, ਉਹਦੇ ਆਨੰਦ ਨੂੰ ਨਹੀਂ ਜਾਣਦੇ, ਉਹਦੇ ਹੁਕਮ ਨੂੰ ਨਹੀਂ ਜਾਣਦੇ। ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਉਸ ਖਸਮ ਨੂੰ ਉਹੀ ਧਿਆਣਗੇ ਜਿਸ ਤੇ ਬਖਸ਼ਿਸ਼ ਹੋਏਗੀ। ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਤੁਧ ਵੇਖੀ ਜਗਤ ਉਪਾਇਆ। ਤੂੰ ਕਿਹੜਾ ਜਗਤ ਉਪਾਇਆ ਹੈ? ਇੱਥੇ ਕਿਸੇ ਦੇ ਵਸ ਕੁਛ ਨਹੀਂ। ਇੱਕ ਨਾ ਨੂੰ ਤੂੰ ਮੇਲ ਲਹੇ, ਇੱਕ ਆਪੇ ਤੁਧ ਖਵਾਇਆ। ਇੱਕ ਨਾ ਨੂੰ ਤੂੰ ਮਿਲਾ ਲੈਂਦਾ ਹੈ ਆਪਣੇ ਨਾਲ, ਇੱਕ ਤੂੰ ਆਪ ਹੀ ਉਹਨਾਂ ਨੂੰ ਤੋੜ ਦਿੰਦਾ ਹੈ। ਗੁਰੂ ਇੱਕ ਅਰਦਾਸ ਕਰਦੇ ਪਏ ਹਨ, ਇੱਕ ਨਾ ਨੂੰ ਤੂੰ ਮੇਲ ਲਹੇ, ਇੱਕ ਆਪੇ ਤੁਧ ਖਵਾਇਆ। ਉਹਨਾਂ ਨੂੰ ਖੁਆਰ ਕਰ ਦਿੱਤਾ, ਤੋੜ ਦਿੱਤਾ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਮਹਾਰਾਜ ਕਹਿੰਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਬੁੱਝ ਸਕਦੇ ਹਾਂ ਕਿ ਜੀਵਨ ਦੇ ਤੱਤ ਵਿੱਚ ਕੀ ਹੈ, ਜੀਵਨ ਕੀ ਹੈ। ਸੁਰਖਰੂ ਹੋ ਕੇ ਕੌਣ ਜਾ ਸਕਦਾ ਹੈ? ਸਦਾ ਵਿਗਾਸ ਵਿੱਚ ਕੌਣ ਰਹਿ ਸਕਦਾ ਹੈ? ਜੀਵਨ ਦੇ ਤੱਤ ਨੂੰ, ਸੱਤ ਨੂੰ ਕੌਣ ਜਾਣ ਸਕਦਾ ਹੈ? ਗੁਰ ਕਿਰਪਾ ਤੇ ਜਾਣਿਆ। ਜਾਣ ਸਕਦੇ ਹਾਂ ਅਸੀਂ। ਇਹ ਓਪਰਚੁਨਿਟੀ ਜਾਣਨ ਦੀ ਹੈ। ਇਹ ਜੀਵਨ ਹੈ ਹੀ ਇਸੇ ਲਈ, ਜਿੱਥੇ ਤੁਧ ਆਪ ਬੁਝਾਇਆ। ਜਿਸ ਨੂੰ ਤੂੰ ਆਪ ਬੁਝਾ ਦਿੱਤਾ, ਮਹਾਰਾਜ ਕਹਿੰਦੇ ਹਨ, ਉਸ ਨੂੰ ਸਮਝ ਆ ਸਕਦੀ ਹੈ। ਉਹ ਜੁਗਤੀ ਜਾਣ ਸਕਦਾ ਹੈ। ਸਹਿਜੇ ਹੀ ਸੱਚ ਸਮਾਇਆ। ਸਹਿਜ ਦੀ ਅਵਸਥਾ ਨੂੰ ਜਾਣ ਕੇ ਸੱਚ ਨੂੰ ਜਾਣ ਲੈਂਦਾ ਹੈ। ਫਿਰ ਉਹ ਮਹਾਰਾਜ ਸੱਚ ਦੀ ਗੱਲ ਚਲਾ ਰਹੇ ਹਨ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਅੱਜ ਦੀ ਵਿਚਾਰ ਮਹਾਰਾਜ ਇਤਨੀ ਹੀ ਪ੍ਰਵਾਨ ਕਰਨਾ। ਜੇ ਆਪ ਕੁਝ ਕਹਿਣਾ ਚਾਹੋ, ਜੀ ਆਇਆਂ ਨੂੰ। ਗਲਤੀਆਂ ਖਿਮਾ ਕਰ ਦੇਣਾ ਮੇਰੀਆਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।